ਨੂੰ ਮੇਰੇ ਵਿਊਅਰਸ ਦਾ ਫੇਰ ਤੋਂ ਇੱਕ ਵਾਰ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਜੀ ਗੈਟ ਇਟ ਡਨ ਐਜੂਕੇਸ਼ਨ ਕੰਸਲਟੈਂਟਸ ਐਂਡ ਮੈਂ ਹਾਂ ਪ੍ਰੋਫੈਸਰ ਅੰਕਿਤ। ਅੱਜ ਦਾ ਆਪਣਾ ਟੌਪਿਕ ਇਹ ਹੈ ਕਿ ਆਪਾਂ ਕਿਸੇ ਕਾਲਜ ਦੀ ਕੋਈ ਕੋਰਸ ਸਿਲੈਕਟ ਕਰਕੇ ਅਗੇਨ ਉਹਨੂੰ ਡਿਸਕਸ ਕਰਨਾ ਜਿਵੇਂ ਆਪਾਂ ਪਹਿਲਾਂ ਕੀਤਾ ਸੀ, ਪਰ ਥੋੜ੍ਹੀਆਂ ਜਿਹੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਐਕਸਟਰਾ ਕਰਾਂਗੇ ਜਿਹੜੀਆਂ ਕਿ ਲਾਸਟ ਟਾਈਮ ਵਾਲੇ ਕੋਰਸਿਸ ਦੇ ਵਿੱਚ ਨਹੀਂ ਦੱਸਿਆ ਗਿਆ ਸੀ। ਤਾਂ ਟਾਈਮ ਨਹੀਂ ਵੇਸਟ ਕਰਦੇ, ਆਪਾਂ ਡਾਇਰੈਕਟਲੀ ਮੂਵ ਕਰਦੇ ਹਾਂ ਆਪਣੇ ਫੇਵਰੇਟ ਕੋਨੈਸਟੋਗਾ ਕਾਲਜ ਦੇ ਵਿੱਚ। ਤਾਂ ਕੋਨੈਸਟੋਗਾ ਕਾਲਜ ਦੇ ਵਿੱਚ ਹੁਣ ਅੱਜ ਦੀ ਘੜੀ ਦੈਟ ਇਜ਼ ਔਨ May 3। ਤਾਂ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜੇ ਸਟੂਡੈਂਟਸ ਆਲਰੇਡੀ ਪਰਸਿਊ ਕਰ ਰਹੇ ਆ ਉਹਨਾਂ ਦਾ ਇੱਕ ਸਮੈਸਟਰ ਕੰਪਲੀਟ ਹੋ ਗਿਆ, ਕਿਸੇ ਦਾ ਦੂਸਰਾ ਸਮੈਸਟਰ ਕੰਪਲੀਟ ਹੋਇਆ ਐਂਡ ਉਹ ਜੋ ਸਟੂਡੈਂਟਸ ਹੈ ਉਹ ਹੁਣ ਅਗਲੇ ਸਮੈਸਟਰ ਵੱਲ ਮੂਵ ਕਰ ਰਹੇ ਆ। ਤਾਂ ਹੁਣ ਕੀ ਹੁੰਦਾ ਕਿ ਜੋ ਇੰਡੀਆ ਦੇ ਵਿੱਚ ਉਹ ਆਪਣੇ ਕੋਲ ਅਗਲੇ ਸਮੈਸਟਰ ਤੋਂ ਐਨਰੋਲ ਹੋਣ ਲਈ ਨਵੀਆਂ ਫਾਈਲਸ ਜਾਂਦੀਆਂ, ਉਹ ਸਟੂਡੈਂਟ ਇਹਨਾਂ ਕੋਰਸਿਸ ਬਾਰੇ ਸਰਚ ਕਰਨ ਲੱਗ ਜਾਂਦੇ। ਤਾਂ ਹੁਣ ਆਪਾਂ ਕੀ ਕਰਾਂਗੇ ਇਸ ਵੀਡੀਓ ਦੇ ਵਿੱਚ, ਕੁਛ ਸਟੂਡੈਂਟਸ ਦੇ ਰਿਵਿਊਜ਼ ਜਿਹੜੇ ਸੀ, ਕਮੈਂਟ ਸੀਗੇ, ਉਹਨਾਂ ਦਾ ਵੀ ਮੈਂ ਜਵਾਬ ਦਊਂਗਾ। ਐਂਡ ਚਲੋ ਇੱਕ ਸਟੂਡੈਂਟ ਦਾ ਕਮੈਂਟ ਤਾਂ ਮੈਨੂੰ ਯਾਦ ਹੀ ਹੈ, ਉਹ ਸਟੂਡੈਂਟ ਸਿਵਲ ਇੰਜੀਨੀਅਰਿੰਗ ਦਾ ਸੀਗਾ ਅਤੇ ਉਹਨਾਂ ਨੇ ਪੁੱਛਿਆ ਸੀਗਾ ਕਿ ਅਗਰ ਉਹ ਕੋਨੈਸਟੋਗਾ ਕਾਲਜ ਦੇ ਵਿੱਚੋਂ ਪ੍ਰੋਗਰਾਮ ਮੈਨੇਜਮੈਂਟ ਕਰਨਾ ਚਾਹੁੰਦੇ ਹੈ ਤਾਂ ਇਜ਼ ਇਟ ਪੋਸੀਬਲ। ਲਾਈਕ ਉਹਨਾਂ ਨੇ ਪਹਿਲਾਂ BTech ਸਿਵਲ ਇੰਜੀਨੀਅਰਿੰਗ ਕੀਤੀ ਹੋਈ ਹੈ, ਸੋ ਡੈਫੀਨੇਟਲੀ ਦੇ ਕੈਨ ਡੂ ਇਟ। ਦੇਖੋ, ਸਭ ਤੋਂ ਪਹਿਲਾਂ ਜਿਹੜੀ ਚੀਜ਼ ਮੇਨ ਹੈ ਉਹ ਮੈਂ ਹਰੇਕ ਸਟੂਡੈਂਟ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਜੋ ਵੀ ਕੈਨੇਡੀਅਨ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਉਹਨਾਂ ਨੇ ਤੁਹਾਡੀ ਪ੍ਰੀ ਰਿਕੁਇਜ਼ਿਟਸ ਦਿੱਤੀਆਂ ਕੋਰਸ ਦੀਆਂ, ਹਰੇਕ ਕੋਰਸ ਦੀਆਂ। ਤੁਸੀਂ ਕੋਈ ਵੀ ਪ੍ਰੋਗਰਾਮ ਚੂਜ਼ ਕਰਦੇ ਹੋ, ਉਸ ਪ੍ਰੋਗਰਾਮ ਦਾ ਤੁਹਾਡੇ ਕੋਲ ਕੁਝ ਪ੍ਰੀ ਰਿਕੁਇਜ਼ਿਟ ਦਿੱਤਾ ਹੋਏਗਾ। ਅਗਰ ਤੁਸੀਂ ਉਹਨਾਂ ਪ੍ਰੀ ਰਿਕੁਇਜ਼ਿਟਸ ਨੂੰ ਫੋਲੋ ਕਰਦੇ ਹੋ, ਤੁਸੀਂ ਉਹਨਾਂ ਨੂੰ ਅਚੀਵ ਕੀਤਾ ਹੋਇਆ ਆਲਰੇਡੀ ਤੁਹਾਡੇ ਕੋਲ ਹੈ, ਤਾਂ ਤੁਸੀਂ ਉਹਨਾਂ ਨੂੰ ਬੜੇ ਆਰਾਮ ਨਾਲ ਅੱਗੇ ਸਿਲੈਕਟ ਕਰ ਸਕਦੇ ਹੋ, ਚਾਹੇ ਉਹ ਤੁਹਾਡੀ ਸਟਰੀਮ ਦਾ ਹੈ ਚਾਹੇ ਨਹੀਂ ਹੈ। ਕੁਝ ਕੋਰਸਿਸ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਸਟਰੀਮ ਓਰੀਐਂਟਡ ਹੀ ਵਰਕ ਕਰਦੇ ਆ। ਜਿਵੇਂ ਮੰਨ ਲਓ ਆਪਾਂ ਕਹਿ ਦਈਏ ਕਿ ਪਹਿਲਾਂ ਜੀ ਤੁਸੀਂ ਬੇਕਰੀ ਦਾ ਕੋਰਸ ਕੀਤਾ ਹੋਇਆ ਤਾਂ ਸਟੂਡੈਂਟ ਅੱਗੇ ਬੇਕਰੀ ਦਾ ਕੋਰਸ ਕਰ ਸਕਦਾ, ਜਾਂ ਉਸ ਤੋਂ ਬਾਅਦ ਉਹਦੀ ਹਾਇਰ ਲੈਵਲ ਦਾ ਕੋਰਸ ਅਚੀਵ ਕਰਨਾ ਚਾਹੁੰਦਾ ਉਹ ਕਰ ਸਕਦਾ। ਅਗਰ ਤੁਸੀਂ ਟੈਕਨੀਕਲ ਕੁਛ ਪੜ੍ਹਿਆ ਹੋਇਆ ਇੰਡੀਆ ਤੋਂ ਜਾਂ ਕੈਨੇਡਾ ਦੇ ਵਿੱਚ ਵੀ ਮੰਨ ਲਓ ਕੋਈ ਟੈਕਨੀਕਲ ਕੋਰਸ ਕੀਤਾ ਤਾਂ ਫਰਦਰ ਅਗੇਨ ਤੁਸੀਂ ਹੋਰ ਕੋਰਸ ਕਰਨਾ ਚਾਹੁੰਦੇ ਹੋ, ਅਗੇਨ ਇਟ ਸ਼ੁੱਡ ਬੀ ਟੈਕਨੀਕਲ ਇਨ ਨੇਚਰ। ਪਰ ਕੁਛ ਕੋਰਸ ਇੱਦਾਂ ਦੇ ਹੁੰਦੇ ਆ ਕਿ ਜਿਹੜੇ ਜੈਨਰਿਕ ਹੁੰਦੇ ਆ, ਮਤਲਬ ਕੈਨੇਡੀਅਨ ਗਵਰਨਮੈਂਟ ਐਜ਼ ਵੈਲ ਐਜ਼ ਕੈਨੇਡੀਅਨ ਯੂਨੀਵਰਸਿਟੀਜ਼ ਦੇ ਡੋਂਟ ਆਸਕ ਯੂ ਫॉर ਦੋਜ਼ ਕੋਰਸਿਸ। ਕੁਛ ਕੋਰਸਿਸ ਜੋਬ ਓਰੀਐਂਟਡ ਹੈ, ਲਿਵਿੰਗ ਲਈ ਹੈ ਤੁਹਾਡੇ ਲਈ, ਕਿ ਹਾਂਜੀ ਆਪਾਂ ਕਹਿੰਦੇ ਕਿ ਅਗਰ ਮੈਨੂੰ ਜੋਬ ਨਹੀਂ ਮਿਲ ਰਹੀ ਹੈ ਤਾਂ ਮੇਰੇ ਕੋਲ ਮੈਂ ਆਪਣੀ ਲਿਵਿੰਗ ਅਰਨ ਕਰਨ ਲਈ ਕੁਛ ਹੋਰ ਤਰ੍ਹਾਂ ਦਾ ਕੋਰਸ ਕਰਨਾ ਚਾਹੁੰਦਾ। ਐਂਡ ਇਫ ਯੂ ਆਰ ਏਬਲ ਟੂ ਸੈਟਿਸਫਾਈ ਯੋਰ ਪਲੈਨਸ ਵਿਦ ਯੋਰ ਪਲੈਨਸ ਟੂ ਯੋਰ ਕਾਊਂਸਲਰ, ਜੋ ਵੀ ਤੁਹਾਡੇ ਕੋਲ ਯੂਨੀਵਰਸਿਟੀ ਦਾ ਪਰਸਨ ਹੈ ਜਿਹਦੇ ਕੋਲ ਤੁਹਾਡੀ ਫਾਈਲ ਜਾਏਗੀ, ਅਗਰ ਉਹਨਾਂ ਨੂੰ ਤੁਸੀਂ ਇਹ ਪ੍ਰੂਵ ਕਰਤਾ ਕਿ ਹਾਂਜੀ ਆਈ ਐਮ ਕੇਪੇਬਲ ਆਫ ਡੂਇੰਗ ਦੈਟ ਕੋਰਸ, ਐਂਡ ਤੁਹਾਡੇ ਪ੍ਰੀਵੀਅਸ ਕੋਰਸ ਨਾਲ ਥੋੜ੍ਹੀ ਬਹੁਤ ਉਹਦੀ ਮੈਚਿੰਗ ਜ਼ਰੂਰ ਹੋਣੀ ਚਾਹੀਦੀ ਹੈ, ਸੋ ਡੈਫੀਨੇਟਲੀ ਯੂ ਕੈਨ ਗੋ ਫॉर ਦੋਜ਼ ਕੋਰਸਿਸ। ਤਾਂ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਅਗੇਨ ਪ੍ਰੋਗਰਾਮ ਮੈਨੇਜਮੈਂਟ, ਪ੍ਰੋਜੈਕਟ ਮੈਨੇਜਮੈਂਟ ਦੀ। ਸੋ ਬਹੁਤ ਈਜ਼ੀ ਹੈ, ਕੋਨੈਸਟੋਗਾ ਦੀ ਵੈਬਸਾਈਟ 'ਤੇ ਜਾਓਗੇ, ਫੁੱਲ ਟਾਈਮ ਕੋਰਸਿਸ ਪ੍ਰੋਗਰਾਮਸ 'ਚ ਜਾਓਗੇ, ਤੁਸੀਂ ਉੱਥੇ ਜਾ ਕੇ ਪ੍ਰੋਜੈਕਟ ਮੈਨੇਜਮੈਂਟ ਸਿਲੈਕਟ ਕਰਤਾ। ਅਗੇਨ ਅਗਰ ਤੁਹਾਡੇ ਕੋਲ ਤੁਸੀਂ ਇਹਨੂੰ ਸ਼ਾਰਟ ਲਿਸਟ ਫਿਲਟਰ ਕਰਨਾ ਚਾਹੁੰਦੇ ਹੋ, ਯੂ ਹੈਵ ਅਦਰ ਆਪਸ਼ਨਸ ਲਾਈਕ ਕੈਂਪਸ ਦੇ ਅਕੋਰਡਿੰਗ, ਹੈ ਨਾ। ਤਾਂ ਮੰਨ ਲਓ ਕੋਈ ਕਹਿ ਰਿਹਾ ਕਿਚਨਰ ਡੂਨ ਬਹੁਤ ਹੀ ਫੇਮਸ ਕੈਂਪਸ ਹੈ, ਇਹ ਸਿਲੈਕਟ ਕਰ ਲਿਆ, ਹਾਂਜੀ ਸਾਨੂੰ ਤਾਂ ਹੀ ਚਾਹੀਦਾ, ਜਾਂ ਪ੍ਰੋਗਰਾਮ ਲੈਂਥ ਸਾਨੂੰ ਚਾਹੀਦੇ ਜੀ ਲਾਈਕ 1 ਈਅਰ, ਤਾਂ ਅਪਲਾਈ ਕਰੋ ਫਿਲਟਰਸ, ਤੁਹਾਡੇ ਕੋਲ ਸਾਰੇ ਕੋਰਸਿਸ ਫਿਲਟਰ ਆਊਟ ਕਰਕੇ ਆ ਜਾਣਗੇ। ਤਾਂ ਪ੍ਰੋਜੈਕਟ ਮੈਨੇਜਮੈਂਟ ਦਾ ਆਪਣੇ ਕੋਲ 2 ਤਰ੍ਹਾਂ ਦੇ ਕੋਰਸ ਹੈ, ਸੋ ਵਿਲ ਗੋ ਵਿਦ ਦ ਪ੍ਰੋਜੈਕਟ ਮੈਨੇਜਮੈਂਟ। ਹੁਣ ਆਪਾਂ ਇਹਦੇ ਵਿੱਚ ਦੇਖ ਰਹੇ ਹਾਂ ਕੋਡ ਇਜ਼ 1298, ਲੈਂਥ ਹੈ 1 ਈਅਰ, ਐਂਡ May 2021 ਦੇ ਵਿੱਚ ਅਗੇਨ ਇਹ ਚੀਜ਼ ਸ਼ੁਰੂ ਹੋ ਰਹੀ ਹੈ। ਫੁੱਲ ਟਾਈਮ ਕੋਰਸ ਹੈ, ਮਤਲਬ ਤੁਸੀਂ ਇਹਨੂੰ ਰੈਗੂਲਰਲੀ ਅਟੈਂਡ ਕਰਨਾ ਹੈ। ਆਲਦੋ COVID-19 ਕਰਕੇ ਕਲਾਸਿਸ ਔਨਲਾਈਨ ਹੀ ਚੱਲ ਰਹੀਆਂ, ਤਾਂ ਜਿਹੜੇ ਸਟੂਡੈਂਟਸ ਉੱਥੇ ਜਾ ਰਹੇ ਹੈ ਉੱਥੇ ਜਾ ਕੇ ਵੀ ਦੇ ਆਰ ਅਟੈਂਡਿੰਗ ਕਲਾਸਿਸ ਔਨਲਾਈਨ, ਤਾਂ ਜੋ ਕਰੰਟ ਸਿਨੈਰੀਓ ਹੈ। ਹੁਣ ਇਹਦੇ ਵਿੱਚ ਜੋ ਮੇਨ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਸੀਗੀਆਂ ਉਹ ਆਉਂਦੀਆਂ ਅਪਡੇਟਿੰਗ ਅਬਾਊਟ ਦਾ ਫੀਸ। ਤਾਂ ਇਸ ਵਾਰ ਜਿਹੜੀ ਫੀਸ ਹੈ ਇੰਟਰਨੈਸ਼ਨਲ ਸਟੂਡੈਂਟਸ ਲਈ $15,935 ਹੈ ਜੀ। ਐਂਡ ਇੱਕ ਚੀਜ਼ ਦਾ ਤੁਸੀਂ ਹੋਰ ਧਿਆਨ ਰੱਖਣਾ ਇਹਦੇ ਵਿੱਚ ਕਿ ਜਦੋਂ ਵੀ ਤੁਸੀਂ ਕੋਈ ਕੋਰਸ ਸਿਲੈਕਟ ਕਰਨਾ ਹੈ ਤਾਂ ਤੁਸੀਂ ਉਹਦੇ 'ਚ ਇਹ ਚੀਜ਼ ਜ਼ਰੂਰ ਚੈੱਕ ਕਰਨੀ ਹੈ ਕਿ ਵੈਦਰ ਇਟ ਇਜ਼ ਐਪਲੀਕੇਬਲ ਫॉर ਇੰਟਰਨੈਸ਼ਨਲ
ਸਟੂਡੈਂਟਸ ਔਰ ਨਾਟ। ਤਾਂ ਕਈ ਸਟੂਡੈਂਟਸ ਮੇਰੇ ਤੋਂ ਪੁੱਛਦੇ ਆ ਕਿ ਜੀ ਅਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ, ਸਾਨੂੰ 2 ਸਾਲ ਹੋ ਗਏ, ਅਸੀਂ ਇੱਕ ਕੋਰਸ ਕੰਪਲੀਟ ਕਰ ਲਿਆ, ਸੋ ਨਾਓ ਵੀ ਵਿਲ ਗੈਟ ਕੰਸੀਡਰਡ ਐਜ਼ ਕੈਨੇਡੀਅਨ। ਮਤਲਬ ਸਾਡੇ ਕੋਲ ਇਹ ਵਾਲੀ ਆਪਸ਼ਨ ਤਾਂ ਆ ਸਕਦੀ ਹੈ ਕਿ ਨਹੀਂ ਕਿ ਅਸੀਂ ਕੈਨੇਡੀਅਨ ਸਟੂਡੈਂਟਸ ਕੰਸੀਡਰ ਹੋ ਜਾਈਏ ਅਤੇ ਸਾਨੂੰ ਘੱਟ ਫੀਸ ਲੱਗੇ। ਸੋ ਦਾ ਆਨਸਰ ਇਜ਼ ਅਨਫੋਰਚੂਨੇਟਲੀ ਨੋ। ਜਦੋਂ ਤੱਕ ਤੁਹਾਡੇ ਕੋਲ ਉੱਥੇ ਦੀ ਸਿਟੀਜ਼ਨਸ਼ਿਪ ਜਾਂ PR ਨਹੀਂ ਆਉਂਦੀ, ਸਿਟੀਜ਼ਨਸ਼ਿਪ ਓਨਲੀ, ਤਾਂ ਤੁਸੀਂ ਕੈਨੇਡੀਅਨ ਨਹੀਂ ਕੰਸੀਡਰ ਹੋਵੋਗੇ। ਯੂ ਵਿਲ ਆਲਵੇਜ਼ ਕਮ ਅੰਡਰ ਦਾ ਇੰਟਰਨੈਸ਼ਨਲ ਸਟੂਡੈਂਟਸ। ਮੋਸਟਲੀ ਜੋ ਆਪਣੇ ਕੋਲ ਸਟੂਡੈਂਟ ਵੀਜ਼ਾ ਵਾਲੇ ਸਟੂਡੈਂਟ ਹੈ ਉਹਨਾਂ ਨੂੰ ਇੰਟਰਨੈਸ਼ਨਲ ਦੇ ਅੰਡਰ ਹੀ ਜਾ ਕੇ ਹਰੇਕ ਕੋਰਸ ਨੂੰ ਅਵੇਲ ਕਰਨਾ ਪਏਗਾ। ਕੁਝ ਕੋਰਸ ਤੁਸੀਂ ਸਰਚ ਕਰੋਗੇ ਇਸ ਵੈਬਸਾਈਟ ਦੇ ਵਿੱਚ, ਉਹਦੇ ਵਿੱਚ ਇਹ ਇੰਟਰਨੈਸ਼ਨਲ ਵਾਲਾ ਇਹ ਸੈਕਸ਼ਨ ਬਲੈਂਕ ਹੋਏਗਾ, ਇਹਦੇ ਵਿੱਚ ਕੋਈ ਫੀਸ ਮੈਂਸ਼ਨ ਨਹੀਂ ਕੀਤੀ ਹੋਏਗੀ। ਉਹ ਮਤਲਬ ਹੈ ਕਿ ਉਹ ਕੋਰਸਿਸ ਸਿਰਫ ਔਰ ਸਿਰਫ ਕੈਨੇਡੀਅਨ ਸਟੂਡੈਂਟਸ ਲਈ ਹੈ। ਇੱਕ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ ਤੁਹਾਡੇ ਲਈ। ਸੋ ਐਗਜ਼ਾਮਪਲ ਇਜ਼ ਐਗਰੀਕਲਚਰ। ਕੁਛ ਇੱਦਾਂ ਦੇ ਕੋਰਸਿਸ ਜ਼ਰੂਰ ਹੈਗੇ ਜਿਹੜੇ ਕਿ ਗਵਰਨਮੈਂਟ ਨੇ ਆਪਣੇ ਸਟੂਡੈਂਟਸ ਲਈ ਹੀ ਰੱਖੇ ਹੈ, ਤਾਂ ਉਹ ਨਹੀਂ ਔਫਰ ਕਰ ਰਹੇ ਇੰਟਰਨੈਸ਼ਨਲ ਵਾਲਿਆਂ ਲਈ। ਤਾਂ ਅਗਰ ਐਗਰੀਕਲਚਰ ਦਾ ਜਿਵੇਂ ਆਹ ਕੋਰਸ ਹੈ ਐਗਰੀਕਲਚਰ ਇਕੁਇਪਮੈਂਟ ਆਪਰੇਟਰ, ਤਾਂ ਆਪਣੇ ਪੰਜਾਬੀ ਸਟੂਡੈਂਟਸ ਨੂੰ ਬਹੁਤ ਈਜ਼ੀ ਲੱਗਦਾ ਕਿ ਹਾਂਜੀ ਸਰ ਅਸੀਂ ਇਹ ਚੀਜ਼ ਤਾਂ ਕਰ ਹੀ ਸਕਦੇ ਹਾਂ, ਬਹੁਤ ਆਸਾਨ ਹੈ ਸਾਡੇ ਲਈ। ਪਰ ਇਹਦੇ ਵਿੱਚ ਇਹ ਲਿਮਿਟੇਸ਼ਨ ਆ ਜਾਂਦੀ ਹੈ ਆਪਣੇ ਕੋਲ ਕਿ ਜਦੋਂ ਤੁਸੀਂ ਚੈੱਕ ਕਰੋਗੇ ਇੰਟਰਨੈਸ਼ਨਲ ਸਟੂਡੈਂਟਸ ਲਈ ਇਹ ਅਵੇਲੇਬਲ ਹੀ ਨਹੀਂ ਹੈ ਜੀ, ਦਿਸ ਇਜ਼ ਓਨਲੀ ਫॉर ਦ ਕੈਨੇਡੀਅਨਸ। ਤਾਂ ਇਹ ਚੀਜ਼ ਨੂੰ ਜ਼ਰੂਰ ਰੈਫਰ ਕਰਕੇ ਚੱਲਣਾ। ਕੰਸਲਟੈਂਟ ਦੇ ਥਰੂ ਜਦੋਂ ਵੀ ਤੁਸੀਂ ਅਪਲਾਈ ਕਰਦੇ ਹੋ ਆਪਣੀ ਫਾਈਲ ਐਂਡ ਕੰਸਲਟੈਂਟ ਤੁਹਾਨੂੰ ਕਹਿੰਦਾ ਕਿ ਹਾਂਜੀ ਸੋ ਐਂਡ ਸੋ ਤੁਹਾਡੀ ਫੀਸ ਹੈ, ਤਾਂ ਤੁਸੀਂ ਕੰਪਲੀਟ ਫੀਸ ਦਾ ਇੱਕ ਓਵਰਵਿਊ ਲੈ ਸਕਦੇ ਹੋ ਯੂਨੀਵਰਸਿਟੀ ਜਾਂ ਕਾਲਜ ਤੋਂ। ਸੋ ਡੋਂਟ ਫੀਲ ਹੈਜ਼ੀਟੈਂਟ ਅਬਾਊਟ ਕਨਫਰਮਿੰਗ ਇਟ। ਤੁਸੀਂ ਇਹਨਾਂ ਨੂੰ ਇੱਕ ਡਾਇਰੈਕਟ ਈਮੇਲ ਸ਼ੂਟ ਕਰ ਸਕਦੇ ਹੋ ਕਿ ਮੈਂ ਇਹ ਕੋਰਸ ਲੈਣਾ, ਸੋ ਐਂਡ ਸੋ ਮੇਰਾ ਸਿਨੈਰੀਓ ਹੈ, ਤਾਂ ਮੈਨੂੰ ਕਿੰਨੀ ਫੀਸ ਲੱਗੇਗੀ। ਕੁਝ ਕੰਸਲਟੈਂਟਸ ਇਹਦੇ ਵਿੱਚ ਵੀ ਮਿਸਗਾਈਡ ਕਰ ਦਿੰਦੇ ਆ, ਕਹਿ ਦਿੰਦੇ ਜੀ ਅਸੀਂ ਤਾਂ ਲੇਟ ਐਂਟਰੀ ਹੋ ਗਈ ਤੁਹਾਡੀ, ਇਹ ਹੋ ਗਿਆ, ਲਿਮਿਟਿਡ ਸੀਟ ਸੀਗੀਆਂ, ਅਸੀਂ ਇੱਦਾਂ ਫੀਸ ਭਰ ਲਈ, ਉਹ ਕਰ ਲਿਆ, ਇਹ ਕਰ ਲਿਆ, ਤਾਂ ਤੁਹਾਨੂੰ ਐਕਸਟਰਾ ਖਰਚਾ ਪੈ ਜਾਂਦਾ। ਇੱਦਾਂ ਦਾ ਇਹਦੇ ਵਿੱਚ ਕੋਈ ਗੈਪ ਨਹੀਂ ਹੈ। ਤੁਸੀਂ ਬੜੇ ਆਰਾਮ ਨਾਲ ਇਹਨੂੰ ਅਪਰੋਚ ਕਰੋ, ਅਪਲਾਈ ਕਰੋ, ਕਮਿਊਨੀਕੇਟ ਕਰੋ। ਵੀ ਹੈਵ ਸਮ ਈਮੇਲ IDs ਜਿਵੇਂ ਆਹ ਪਿਆ ਹੈ ਨਾ ਤੁਹਾਡੇ ਕੋਲ ਪ੍ਰੋਗਰਾਮ ਕੰਟੈਕਟ, ਸੋ trades@conestoga.on। ਇਹਨਾਂ ਈਮੇਲਸ ਦੇ ਵਿੱਚ ਤੁਸੀਂ ਮੇਲ ਸ਼ੂਟ ਕਰ ਦਿਓ, ਤੁਹਾਡੇ ਕੋਲ ਜੋ ਵੀ ਤੁਹਾਡਾ ਰਿਕੁਆਇਰਡ ਕੁਐਸਚਨ ਹੈ ਉਹਦਾ ਆਨਸਰ ਆ ਜਾਏਗਾ। ਬਟ ਇਟ ਸ਼ੁੱਡ ਬੀ ਵੈਰੀ ਵੈਲ ਫਾਰਮੈਟਡ। ਮਤਲਬ ਤੁਸੀਂ ਆਪਣਾ ਜਿਹੜਾ ਕੁਐਸਚਨ ਪੁੱਛਣਾ ਉਹ ਅੱਛੇ ਤਰ੍ਹਾਂ ਨਾਲ, ਇਹ ਛੋਟੇ ਛੋਟੇ ਕੁਐਸਚਨ ਨਾ ਪੁੱਛੋ, ਇੱਕ ਪ੍ਰੋਪਰ ਈਮੇਲ ਲਿਖੋ, ਬਲੌਕ ਸਟਾਈਲ ਲੈਟਰ ਲਿਖ ਦਿਓ ਉਹਨਾਂ ਨੂੰ, ਉਹਦੇ ਵਿੱਚ ਆਪਣਾ ਪੂਰਾ ਕੰਸਰਨ ਲਿਖ ਕੇ ਨਾਲ ਆਪਣੇ ਵੈਲਿਡ ਕੁਐਸਚਨਸ ਨੰਬਰਿੰਗ ਪਾ ਕੇ ਕਿ 1 2 3 4 ਮੈਨੂੰ ਆਹ ਕੁਐਸਚਨਾਂ ਦੇ ਆਨਸਰ ਚਾਹੀਦੇ। ਸੋ ਦੇ ਵਿਲ ਰਿਵਰਟ ਬੈਕ ਟੂ ਯੂ, ਤੁਹਾਡੇ ਕੋਲ ਆਨਸਰ ਆ ਜਾਏਗਾ। ਨੈਕਸਟ ਮੈਂ ਤੁਹਾਨੂੰ ਇਹ ਕਹਿ ਰਿਹਾ ਸੀਗਾ ਕਿ ਪ੍ਰੀ ਰਿਕੁਇਜ਼ਿਟਸ ਦੇ ਵਿੱਚ ਕੀ ਹੁੰਦਾ ਕਿ ਆਪਣੇ ਕੋਲ ਕੁਛ ਚੀਜ਼ਾਂ ਚਾਹੀਦੀਆਂ ਹੈ ਨਾ, ਜਿਵੇਂ ਇਹ ਕੁਐਸਚਨ ਹੈ ਫੋਰ ਐਗਜ਼ਾਮਪਲ ਇਹ ਕੋਰਸ ਹੈ ਆਪਣੇ ਕੋਲ, ਦਿਸ ਇਜ਼ ਐਗਰੀਕਲਚਰ ਇਕੁਇਪਮੈਂਟ ਆਪਰੇਟਰ, ਅਤੇ ਬ੍ਰੈਂਟਫੋਰਡ ਦੇ ਵਿੱਚ ਅਵੇਲੇਬਲ ਹੈ, ਜਨਵਰੀ 2022 ਦੇ ਵਿੱਚ ਸਟਾਰਟ ਹੋਏਗਾ ਐਂਡ ਇਟ ਇਜ਼ ਨਾਓ ਫॉर ਦ ਟਾਈਮਿੰਗ ਇਟ ਇਜ਼ ਓਨਲੀ ਫॉर ਦ ਕੈਨੇਡੀਅਨ ਸਟੂਡੈਂਟਸ। ਤਾਂ ਰੈਜ਼ੀਡੈਂਟ ਆਫ ਓਨਟਾਰੀਓ ਹੋਣਾ ਚਾਹੀਦਾ, ਸਕਸੈਸਫੁਲ ਕੰਪਲੀਸ਼ਨ ਕੀਤੀ ਹੋਣੀ ਚਾਹੀਦੀ ਇਨਟੇਕ ਅਸੈਸਮੈਂਟ ਦੀ, ਆਹ 2 ਚੀਜ਼ਾਂ ਹੋਣਗੀਆਂ ਤਾਂ ਉਹ ਕੰਸੀਡਰ ਹੋਏਗਾ ਵੈਦਰ ਇਟ ਇਜ਼ ਅ ਕੈਨੇਡੀਅਨ ਸਟੂਡੈਂਟ, ਹੈ ਨਾ। ਤਾਂ ਰਹੀ ਗੱਲ ਇੰਟਰਨੈਸ਼ਨਲ ਸਟੂਡੈਂਟਸ ਦੇ ਬਾਰੇ ਇੱਕ ਚੀਜ਼ ਬੜੀ ਵਧੀਆ ਹੈ ਆਪਣੇ ਕੋਲ ਕਿ ਡੈਫੀਨੇਟਲੀ ਆਪਾਂ ਨੂੰ ਸਭ ਨੂੰ ਪਤਾ ਕਿ ਇੰਟਰਨੈਸ਼ਨਲ ਸਟੂਡੈਂਟ ਜ਼ਿਆਦਾ ਪੇ ਕਰ ਰਿਹਾ ਕਾਲਜ ਨੂੰ, ਤਾਂ ਉਹਨਾਂ ਦਾ ਵੀ ਇੱਕ ਆਪਣੇ ਵੱਲ ਇੱਕ ਝੁਕਾਅ ਹੁੰਦਾ ਕਿ ਕੋਈ ਵੀ ਅਣਗਹਿਲੀ ਮਤਲਬ ਜਾਂ ਕੋਈ ਵੀ ਇੱਦਾਂ ਦੀ ਉਹ ਵੀ ਗਲਤੀ ਨਹੀਂ ਕਰਨਾ ਚਾਹੁੰਦੇ ਕਿ ਉਹਨਾਂ ਦੇ ਹੱਥੋਂ ਕੋਈ ਅੱਛਾ ਸਟੂਡੈਂਟ ਨਿਕਲ ਜਾਵੇ, ਬਿਕੋਜ਼ ਯੂ ਆਰ ਪੇਇੰਗ 3 ਟਾਈਮਸ। ਤਾਂ ਉਹਨਾਂ ਨੂੰ ਇਹ ਹੁੰਦਾ ਕਿ ਇਹ ਕੰਸੀਡਰ ਹੋ ਹੀ ਜਾਵੇ। ਤਾਂ ਅਗਰ ਤੁਹਾਡਾ ਕੋਈ ਕੁਐਸਚਨ ਹੈ ਤਾਂ ਹੈਜ਼ੀਟੈਂਟ ਨਾ ਫੀਲ ਕਰੋ, ਤੁਸੀਂ ਡਾਇਰੈਕਟਲੀ ਉਹਨਾਂ ਨੂੰ ਪੁੱਛ ਸਕਦੇ ਹੋ। ਨੈਕਸਟ ਆਪਾਂ ਮੂਵ ਕਰਦੇ ਹਾਂ ਅਗੇਨ, ਹੁਣ ਆਪਣਾ ਪ੍ਰੀਵੀਅਸ ਜੋ ਕਹਿੰਦੇ ਆ ਹਰ ਵਾਰ ਦੀ ਤਰ੍ਹਾਂ ਆਪਾਂ ਕਰਦੇ ਹਾਂ, ਕੋਈ ਇੱਕ ਕੋਰਸ ਚੱਕਾਂਗੇ ਅਤੇ ਆਪਾਂ ਉਹਨੂੰ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਤੁਹਾਨੂੰ ਡਿਸਕਸ ਕਰਨਾ ਚਾਹੁੰਦਾ, ਜਿਵੇਂ ਕਿ ਆਪਣੇ ਕੋਲ ਇੱਥੇ ਨਾ ਕੁਛ ਇੰਪੋਰਟੈਂਟ ਚੀਜ਼ਾਂ ਆ ਜਾਂਦੀਆਂ, ਅਕੈਡਮਿਕ ਡੇਟਸ। ਤਾਂ ਇਹ ਸਮੈਸਟਰ ਦੀਆਂ ਡੇਟਸ ਆ ਗਈਆਂ ਜੀ, ਤਾਂ ਕਿਹੜੇ ਸਮੈਸਟਰ ਕਦੋਂ ਐਗਜ਼ੀਕਿਊਟ ਹੋਣਗੇ, ਇਹਨਾਂ ਦੇ ਬਾਰੇ ਕੁਛ ਚੀਜ਼ਾਂ ਇੰਪੋਰਟੈਂਟ ਡੇਟਸ ਹੈ ਜਿਹੜੀਆਂ ਇਹਨਾਂ ਨੇ ਮੈਂਸ਼ਨ ਕੀਤੀਆਂ ਹੁੰਦੀਆਂ। ਜਿਵੇਂ ਕਿ ਇਹਨਾਂ ਨੇ ਕਿਹਾ ਲਾਸਟ ਵੀਕ ਆਫ ਦ ਸੈਸ਼ਨ, ਦਿਸ ਇਜ਼ December 14 to 19, ਇੰਟਰ ਸੈਸ਼ਨ, ਇੱਥੇ ਕੋਈ ਕਲਾਸਿਸ ਨਹੀਂ ਹੁੰਦੀ ਇਸ ਟਾਈਮ ਦੇ ਵਿੱਚ। ਐਂਡ ਇੱਕ ਚੀਜ਼ ਹੋਰ ਇੰਪੋਰਟੈਂਟ ਆ ਗਈ ਤੁਹਾਡੇ ਕੋਲ, ਦੇ ਹੈਵ ਸਮ ਡੈਫੀਨੇਟ ਫਿਕਸਡ
ਹੌਲੀਡੇਜ਼ ਹੈ ਨਾ, ਜਿਵੇਂ ਕਿ ਗੁੱਡ ਫਰਾਈਡੇ। ਤਾਂ ਗੁੱਡ ਫਰਾਈਡੇ ਨੂੰ ਕੀ ਹੈ, ਕੋਨਸਟੋਗਾ ਇਜ਼ ਕਲੋਜ਼, ਨੋ ਕਲਾਸਿਸ। ਅਪ੍ਰੈਲ 2 ਹੁਣੇ ਹੀ ਇਹਨਾਂ ਨੇ ਆਪਣਾ ਜਿਵੇਂ ਆਪਾਂ ਕਹਿੰਦੇ ਹਾਂ ਕਿ ਈਅਰਲੀ ਕੈਲੰਡਰ ਹੁੰਦਾ, ਹੁਣੇ ਹੀ ਇਹਨਾਂ ਨੇ ਲਾਂਚ ਕਰਤਾ। ਇਹ ਸਾਰੀਆਂ ਚੀਜ਼ਾਂ ਹੈ ਜੋ ਹਰ ਦੇ ਉੱਤੇ ਐਪਲੀਕੇਬਲ ਆ, ਚਾਹੇ ਤੁਸੀਂ ਕੋਈ ਵੀ ਕੋਰਸ ਲੈ ਰਹੇ ਹੋ। ਸੋ ਵਿਕਟੋਰੀਆ ਡੇ ਹੋ ਗਿਆ, ਕਨਵੋਕੇਸ਼ਨ ਹੋ ਗਿਆ, ਇਹ ਸਾਰੀਆਂ ਚੀਜ਼ਾਂ ਐਪਲੀਕੇਬਲ ਹੈ। ਸਟੂਡੈਂਟ ਸਕਸੈਸ ਵੀਕ ਹਰੇਕ ਸਟੂਡੈਂਟ ਦੇ ਪ੍ਰੋਗਰਾਮ ਦੇ ਵਿੱਚ ਇਹ ਆਉਣਾ ਹੀ ਆਉਣਾ। ਕੈਨੇਡਾ ਡੇ ਅਗੇਨ, ਇਹ ਸਾਰੀਆਂ ਚੀਜ਼ਾਂ ਆਉਣੀਆਂ ਹੀ ਆਉਣੀਆਂ। ਤਾਂ ਤੁਸੀਂ ਆਪਣਾ ਕੋਰਸ ਜਦੋਂ ਲੈਣਾ, ਤੁਸੀਂ ਇਹਨਾਂ ਚੀਜ਼ਾਂ ਨੂੰ ਵੀ ਵਿੱਚ ਧਿਆਨ ਰੱਖਣਾ। ਕਈ ਵਾਰ ਕੁਛ ਇੰਪੋਰਟੈਂਟ ਗੱਲ ਹੁੰਦੀ ਹੈ, ਜਿਵੇਂ ਮੰਨ ਲਓ ਆਪਾਂ ਕਹਿੰਦੇ ਹਾਂ ਕਿ ਕੋਈ ਪਰਟੀਕੂਲਰ ਕੋਰਸ ਹੈ, ਉਹਦੀ ਇਨਟੇਕ ਕੰਪਲੀਟ ਹੋ ਗਈ, ਤਾਂ ਅਗਰ ਉਹ 'ਚ ਕੋਈ ਐਕਸਟੈਂਸ਼ਨ ਹੈ ਤਾਂ ਉਹ ਇਹ ਜਗ੍ਹਾ ਦੇ ਉੱਤੇ ਅਵੇਲੇਬਲ ਹੋਊਗੀ ਤੁਹਾਨੂੰ। ਨੈਕਸਟ ਵਿਲ ਕਮ ਬੈਕ ਅਗੇਨ। ਚਲੋ ਹੁਣ ਆਪਾਂ ਕਰਦੇ ਆਪਣਾ ਕੋਰਸ ਵਾਲਾ ਕੰਮ ਕੰਪਲੀਟ। ਤਾਂ ਆਪਾਂ ਕੋਈ ਵੀ ਜੈਨਰਿਕ ਜਾਂ ਕੋਰਸ ਲੈਂਦੇ ਹਾਂ, ਤਾਂ ਜੈਨਰਿਕ ਕੋਰਸ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਕਿ +2 ਤੋਂ ਬਾਅਦ ਸਟੂਡੈਂਟਸ ਕਰ ਸਕਦੇ ਹੈ, ਹੈ ਨਾ। ਐਂਡ ਹਰ ਚੀਜ਼ ਜੋ ਹੈ ਉਹ ਜੋਬਸ ਨਾਲ ਕਨੈਕਟ ਕਰਕੇ ਉਹਨਾਂ ਦੇ ਅਕੋਰਡਿੰਗ ਤੁਸੀਂ ਵਰਕ ਕਰਿਆ ਕਰੋ। ਹੁਣ ਕਿੱਦਾਂ ਦੇਖੋ, ਅਗਰ ਤੁਸੀਂ ਕੋਰਸ ਸਿਲੈਕਟ ਕਰਨਾ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਕਿ ਤੁਹਾਡੇ ਕੋਲ ਇੰਡੀਅਨ ਐਜੂਕੇਸ਼ਨ ਸਿਸਟਮ ਦੇ ਅਕੋਰਡਿੰਗ ਤੁਹਾਡੇ ਕੋਲ ਕਿਹੜੇ ਸਬਜੈਕਟ ਸੀਗੇ, ਤੁਹਾਡਾ ਪਹਿਲਾ ਕੋਰਸ ਕਿਹੜਾ ਸੀਗਾ। ਅਗਰ ਤਾਂ ਤੁਸੀਂ +2 ਤੱਕ ਹੈਗੇ ਹੋ, ਮਤਲਬ ਲਾਈਕ +2 ਕੀਤੀ ਹੋਈ ਹੈ ਐਂਡ ਉਸ ਤੋਂ ਬਾਅਦ ਤੁਸੀਂ ਕੋਰਸ ਲੈਣਾ, ਤਾਂ ਤੁਹਾਡੇ ਕੋਲ ਬਹੁਤ ਜ਼ਿਆਦਾ ਆਪਸ਼ਨਸ ਹੈਗੀਆਂ, ਠੀਕ ਹੈ ਜੀ। ਬਟ ਅਗਰ ਤੁਸੀਂ ਕੋਈ ਅੱਗੇ ਕੋਰਸ ਕੀਤਾ ਹੋਇਆ, ਮੰਨ ਲਓ BSc ਕੀਤੀ ਵੀ ਹੈ, ਜਾਂ ਤੁਸੀਂ ਅੱਗੇ BTech ਕੀਤੀ ਵੀ ਹੈ, ਜਾਂ BBA ਕੀਤੀ ਹੋਈ ਹੈ, ਤਾਂ ਫਿਰ ਤੁਹਾਡੇ ਕੋਰਸ ਹੈ ਜਿਹੜੇ ਉਹ ਸਪੈਸੀਫਿਕ ਹੋ ਜਾਣਗੇ। ਦੈਟ ਵਿਲ ਬੀ ਅਕੋਰਡਿੰਗ ਟੂ ਯੋਰ ਸਟਰੀਮ। ਇਹਨਾਂ ਚੀਜ਼ਾਂ ਦਾ ਧਿਆਨ ਰੱਖੋ। ਦੋਨੋਂ ਚੀਜ਼ਾਂ ਹੈ, ਜੋ ਸਟੂਡੈਂਟਸ +2 ਤੋਂ ਬਾਅਦ ਜਾਂਦੇ ਹੈ ਉਹਨਾਂ ਨੂੰ ਕੁਛ ਬੈਨੀਫਿਟਸ ਇਹ ਵਾਲੇ ਹੈ ਕਿ ਕੋਰਸ ਕੋਈ ਵੀ ਲੈ ਸਕਦੇ ਹੈ, ਪਰ ਕੁਛ ਨੁਕਸਾਨ ਵੀ ਹੋ ਜਾਂਦੇ ਉਹਨਾਂ ਨੂੰ ਥੋੜ੍ਹਾ ਜਿਹਾ। ਜਿਵੇਂ ਕਹਿੰਦੇ ਕਿ ਅਰਲੀ ਟਾਈਮ 'ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਿਹੜੇ ਕੋਰਸ ਲਈ ਜ਼ਿਆਦਾ ਬੈਟਰ ਸੀਗੇ, ਤਾਂ ਉਹਨਾਂ ਦੀ ਕਰੀਅਰ ਗਾਈਡੈਂਸ ਹੋ ਜਾਂਦੀ ਹੈ। ਜਨਰਲੀ ਕੰਸਲਟੈਂਟ ਕੋਲ ਜਾਂਦੇ, ਕੰਸਲਟੈਂਟ ਕੀ ਕਰੇਗਾ, ਜਿਹੜੇ ਕੋਰਸ ਦੇ ਵਿੱਚ ਉਹਨੇ ਮੈਕਸੀਮਮ ਫਾਈਲਾਂ ਲਵਾਈਆਂ ਹੁੰਦੀਆਂ ਉਹ ਹੀ ਰეკਮੈਂਡ ਕਰ ਦਿੰਦਾ, ਕਿਉਂਕਿ ਉਹਨੂੰ ਕੌਨਫੀਡੈਂਸ ਹੁੰਦਾ ਕਿ ਮੈਂ ਵਾਰ-ਵਾਰ ਲਗਵਾਏ ਹੈ ਫਾਈਲਾਂ, ਕਾਫੀ ਸਟੂਡੈਂਟ ਮੇਰੇ ਥਰੂ ਹੋ ਗਏ ਹੈ, ਤਾਂ ਇਹ ਵੀ ਹੋ ਜਾਊਗਾ। ਤਾਂ ਤੁਸੀਂ ਕੀ ਕਰ ਸਕਦੇ ਹੋ, ਆਪਣਾ ਪਹਿਲਾਂ ਕੋਰਸ ਦਾ ਮਾਈਂਡ ਬਣਾਓ, ਫਿਰ ਤੁਸੀਂ ਕੰਸਲਟੈਂਟ ਨੂੰ ਪੁੱਛੋ ਕਿ ਤੁਸੀਂ ਕਿਹੜੇ ਰეკਮੈਂਡ ਕਰਦੇ ਹੋ, ਐਂਡ ਉਹਨਾਂ ਦੇ ਬੇਸਿਸ ਦੇ ਉੱਤੇ ਤੁਸੀਂ ਆਪਣਾ ਕੋਰਸ ਜਦੋਂ ਫਾਈਨਲ ਹੁੰਦਾ ਫਿਰ ਕੰਸਲਟੈਂਟ ਫਾਈਨਲ ਕਰੋ। ਜਦ ਕਿ ਆਪਣੇ ਸਿਸਟਮ ਉਲਟਾ ਹੁੰਦਾ। ਪਹਿਲਾਂ ਕੀ ਕਰਦੇ ਸਟੂਡੈਂਟ ਕਰਦੇ ਜੀ, ਪਹਿਲਾਂ ਸਾਨੂੰ ਕੰਸਲਟੈਂਟ ਕੋਲੇ ਜਾਂਦੇ, ਕੰਸਲਟੈਂਟ ਫਾਈਨਲ ਕਰਦੇ ਜੀ ਅਸੀਂ ਤਾਂ ਇਹ ਕੰਸਲਟੈਂਟ ਤੋਂ ਲਵਾਉਣੀ ਹੈ ਫਾਈਲ, ਫਿਰ ਉਸ ਤੋਂ ਬਾਅਦ ਕੋਰਸ ਦੇ ਬਾਰੇ ਸੋਚਦੇ ਹਾਂ। ਕੰਸਲਟੈਂਟ ਕੀ ਕਹਿੰਦੇ ਆ ਜੀ, ਤੁਸੀਂ ਆਪਣੀ ਮਰਜ਼ੀ ਨਾਲ ਕੋਰਸ ਸਿਲੈਕਟ ਕਰ ਸਕਦੇ ਹੋ, ਸਾਨੂੰ ਕੋਈ ਦਿੱਕਤ ਨਹੀਂ ਹੈ, ਅਸੀਂ ਤੁਹਾਨੂੰ ਆਪਸ਼ਨਸ ਦੇ ਦਿੰਦੇ ਹਾਂ, ਇਹ ਵਾਲੇ ਵਧੀਆ, ਇਹ ਵਾਲੇ ਵਧੀਆ। ਪਰ ਇੱਕ ਚੀਜ਼ ਦਾ ਧਿਆਨ ਰੱਖੋ, ਜਿਹੜੇ ਕੰਸਲਟੈਂਟਸ ਉਹ ਅਕੈਡਮਿਸ਼ੀਅਨਸ ਨਹੀਂ ਹੈ। ਅਗਰ ਅਸੀਂ ਐਗਜ਼ਾਮਪਲ ਲੈਂਦੇ ਹਾਂ ਸਾਨੂੰ ਤਕਰੀਬਨ 8-8 9-9 ਸਾਲ ਹੋ ਗਏ ਇੰਜੀਨੀਅਰਿੰਗ ਕਾਲਜਿਸ, ਕੋਈ ਵੀ ਡਿਗਰੀ ਕਾਲਜਿਸ ਦੇ ਵਿੱਚ ਪੜ੍ਹਾਉਂਦੇ ਹੋਏ, ਸਾਨੂੰ ਸਟੂਡੈਂਟ ਦਾ ਇੱਕ ਤਰ੍ਹਾਂ ਦਾ ਮਤਲਬ ਉਹਦਾ ਪਰਸੋਨਾ ਪਤਾ ਹੁੰਦਾ ਕਿ ਇਹ ਸਟੂਡੈਂਟ ਦੀ ਇਮੇਜ ਕੀ ਹੈ, ਇਹ ਸਟੂਡੈਂਟ ਦੇ ਕਿਹੜੇ ਸਕਿੱਲਸ ਅੱਛੇ ਹੈ, ਇਹਨੂੰ ਕਿਹੜਾ ਕੋਰਸ ਅੱਛਾ ਰਹੇਗਾ, ਕਿੱਦਾਂ ਦਾ ਇਹਨੂੰ ਕਰਨਾ ਚਾਹੀਦਾ। ਕੁਛ ਸਟੂਡੈਂਟ ਹੁੰਦੇ ਆ ਜਾਂਦੇ, ਉਹ ਕਹਿੰਦੇ ਕਿ ਅਸੀਂ ਤਾਂ ਜੀ ਆਪਣੇ ਰਿਲੇਟਿਵਸ ਦੇ ਕੋਲ ਰਹਿਣਾ, ਸਾਨੂੰ ਕੋਈ ਕੰਮ ਦੀ ਵੀ ਜ਼ਿਆਦਾ ਦਿੱਕਤ ਨਹੀਂ ਹੈ, ਤਾਂ ਉਹ ਕੁਛ ਹੋਰ ਤਰ੍ਹਾਂ ਦੇ ਕੋਰਸਿਸ ਦੇਖ ਸਕਦੇ ਆ, ਜਿਨ੍ਹਾਂ ਨੂੰ ਆਪਾਂ ਕਹਿ ਦਈਏ ਥੋੜ੍ਹੇ ਬਹੁਤ ਅਗਰ ਡਿਫੀਕਲਟ ਵੀ ਹੋਣਗੇ, ਜਿਨ੍ਹਾਂ ਦੇ ਵਿੱਚ ਜ਼ਿਆਦਾ ਮਿਹਨਤ ਮੰਗਦੇ ਆ, ਉਹ ਉੱਦਾਂ ਦੇ ਕੋਰਸਿਸ ਕਰ ਸਕਦੇ ਆ ਡਿਪੈਂਡਿੰਗ ਔਨ ਦੇਅਰ ਇੰਟੈਲੀਜੈਂਸ ਲੈਵਲ। ਐਂਡ ਕੁਛ ਸਟੂਡੈਂਟ ਇਹੋ ਜਿਹੇ ਹੁੰਦੇ, ਉਹ ਕਹਿੰਦੇ ਜੀ ਸਾਨੂੰ ਤਾਂ ਸੌਖਾ ਜਿਹਾ ਕੋਰਸ ਹੋਵੇ, ਬਿਲਕੁਲ ਹੀ ਅਸੀਂ ਜਾ ਕੇ ਕਮਾਉਣਾ ਵੀ ਹੈ ਥੋੜ੍ਹਾ ਬਹੁਤ, ਅਤੇ ਅਸੀਂ ਆਪਣੇ ਐਕਸਪੈਂਸਿਸ ਖੁਦ ਕੱਢਦੇ ਹਾਂ, ਤਾਂ ਉਹਨਾਂ ਲਈ ਈਜ਼ੀ ਕੋਰਸਿਸ ਰეკਮੈਂਡ ਹੋ ਜਾਂਦੇ ਕਿ ਜਿਹੜੇ ਵੀ ਬਿਲਕੁਲ। ਪਰ ਜਿਹੜੇ ਈਜ਼ੀ ਕੋਰਸਿਸ ਹੁੰਦੇ ਹੈ ਉਹ ਹਮੇਸ਼ਾ ਉਹਨਾਂ ਦੀ ਜਿਹੜੀ ਜੋਬਸ ਹੁੰਦੀਆਂ ਉਹ ਲੈਸ ਪੇਇੰਗ ਹੋਣਗੀਆਂ, ਜਿੰਨੇ ਡਿਫੀਕਲਟ ਕੋਰਸਿਸ ਹੋਣਗੇ ਉਹਨਾਂ ਦੀਆਂ ਜੋਬਸ ਉਨੀਆਂ ਹੀ ਜ਼ਿਆਦਾ ਪੇਇੰਗ ਹੋਣਗੀਆਂ। ਇਹ ਚੀਜ਼ ਤੁਹਾਨੂੰ ਬਿਲਕੁਲ ਕਲੀਅਰ ਕਰ ਦੇਣਾ। ਕਈ ਕਹਿ ਦਿੰਦੇ ਜੀ, ਕੰਸਲਟੈਂਟ ਕਹਿ ਦਿੰਦੇ ਕਿ ਤੁਸੀਂ ਸਟੂਡੈਂਟ ਨੂੰ ਕੋਈ ਦਿੱਕਤ ਨਹੀਂ, ਉੱਥੇ ਤਾਂ ਇੰਨਾ ਕੁ ਸਭ ਨੂੰ ਇੰਨਾ ਕੀ ਪੇ ਹੁੰਦਾ, ਪਰ ਨਹੀਂ। ਅਗਰ ਤੁਸੀਂ ਕੋਈ ਟੈਕਨੀਕਲ ਕੋਰਸ ਲੈ ਰਹੇ ਹੋ, ਅਗਰ ਫੋਰ ਐਗਜ਼ਾਮਪਲ ਇਹਨਾਂ ਦੇ ਵਿੱਚ ਜਿਵੇਂ ਕੁਐਸਚਨ ਹੈਗਾ ਕੋਰਸ ਹੈਗਾ ਦਿਸ 3D ਕੰਪਿਊਟਰ ਐਨੀਮੇਸ਼ਨ, ਤਾਂ ਕੰਪਿਊਟਰ ਐਨੀਮੇਸ਼ਨ ਦਾ ਜਿਹੜਾ ਉੱਥੇ ਸਟਾਰਟਿੰਗ ਪੈਕੇਜ ਹੈ ਉਹ $1 ਲੱਖ ਦੇ ਆਸ-ਪਾਸ ਹੈ ਜੀ, ਕੈਨੇਡੀਅਨ ਈਅਰਲੀ। ਤਾਂ ਉਹ ਬਹੁਤ ਅੱਛੀ ਹੈ, ਐਂਡ ਡਿਪੈਂਡਿੰਗ ਔਨ ਯੋਰ ਐਕਸਪਰਟੀਜ਼ ਕਿ ਤੁਸੀਂ ਕਿੰਨਾ ਅੱਛਾ ਕਰ ਰਹੇ ਹੋ। ਪ੍ਰੋਗਰਾਮਿੰਗ ਦੇ ਕੋਰਸਿਸ ਹੋ ਗਏ, ਥੋੜ੍ਹੇ ਜਿਹੇ ਡਿਫੀਕਲਟ ਹੈ, ਬਟ ਅਗੇਨ ਦੇ ਆਰ ਵੈਲ ਪੇਡ। ਤਾਂ ਅਗਰ ਤੁਸੀਂ ਛੋਟੇ ਕੋਰਸਿਸ ਲਓਗੇ, ਆਫਿਸ ਐਡਮਿਨਿਸਟ੍ਰੇਸ਼ਨ ਲੈ ਲਓ,
ਐਡਮਿਨਿਸਟ੍ਰੇਟਿਵ ਬਿਜ਼ਨਸ ਮੈਨੇਜਮੈਂਟ ਲੈ ਲਓ, ਹੈ ਨਾ। ਤਾਂ ਕੋਈ ਵੀ ਜੈਨਰਿਕ ਜੇ ਕੋਰਸ ਲਓਗੇ ਉੱਥੇ ਤੁਹਾਨੂੰ ਘੱਟ ਪੇ ਕਰਨਗੇ, ਬਟ ਉਹ 'ਚ ਕੰਮ ਵੀ ਈਜ਼ੀ ਹੋਏਗਾ ਐਂਡ ਤੁਹਾਡੇ ਲਈ ਉਹਦੀ ਪੜ੍ਹਾਈ ਵੀ ਆਸਾਨ ਹੋ ਜਾਏਗੀ। ਚਲੋ ਜੀ, ਨੈਕਸਟ ਆਪਣੇ ਕੋਲ ਕੁਛ ਸਪੈਸੀਫਿਕ ਕੋਰਸ ਹੋ ਜਾਂਦੇ ਆ ਇੰਟਰਸਟ ਓਰੀਐਂਟਡ, ਹੌਬੀਜ਼ ਓਰੀਐਂਟਡ, ਜਿਵੇਂ ਕਿ ਆਪਣੇ ਕੋਲ ਆ ਗਿਆ ਬਾਰ ਅਟੈਂਡਿੰਗ ਹੋ ਗਿਆ, we have broadcast radio, we have baking and pastry arts। ਤਾਂ ਕੁਛ ਬਿਜ਼ਨਸ ਕੋਰਸਿਸ ਹੋ ਗਏ, ਜਿੱਦਾਂ ਕਿ ਆਪਣੇ ਕੋਲ ਆ ਗਿਆ ਬੁੱਕ ਕੀਪਿੰਗ। ਅਗੇਨ ਬਿਜ਼ਨਸਿਸ ਦੇ ਵਿੱਚ ਬਹੁਤ ਜ਼ਰੂਰਤ ਹੈ ਬੁੱਕ ਕੀਪਿੰਗ ਦੀ। ਬਿਜ਼ਨਸ ਫਾਈਨੈਂਸ ਹੋ ਗਿਆ, ਇਹ ਸਾਰੀ ਲੜੀ ਪਈ ਹੈ ਜੀ ਇੱਥੇ। ਬਿਜ਼ਨਸ ਇੰਸ਼ੋਰੈਂਸ, ਬਿਜ਼ਨਸ ਇੰਟਰਨੈਸ਼ਨਲ ਬਿਜ਼ਨਸਿਸ, ਬਿਜ਼ਨਸ ਮਾਰਕੀਟਿੰਗ ਐਕਸਲਰੇਟਿਡ, ਬਿਜ਼ਨਸ ਪਰਚੇਜ਼ਿੰਗ। ਤਾਂ ਇੱਦਾਂ ਦੇ ਸਾਰੇ ਕੋਰਸਿਸ ਆ ਗਏ, ਸਾਰੇ ਬਿਜ਼ਨਸ ਓਰੀਐਂਟਡ ਆ। ਇੱਕ ਹੋਰ ਐਗਜ਼ਾਮਪਲ ਹੈ, ਤੁਹਾਨੂੰ ਅਗਰ ਤੁਸੀਂ ਸਰਚ ਕਰਨਾ ਚਾਹੁੰਦੇ ਹੋ ਕਿ ਕਿਹੜੇ ਕੋਰਸਿਸ ਹੈ, ਇੱਥੋਂ ਸਭ ਤੋਂ ਪਹਿਲਾਂ ਰੀਸੈਟ ਕਰ ਲਓ। ਸੋ ਇਟ ਵਿਲ ਸ਼ੋ ਯੂ ਆਲ 263 ਪ੍ਰੋਗਰਾਮਸ ਔਨ ਦੇ ਲੈਫਟ ਸਾਈਡ 'ਤੇ, ਹੈ ਨਾ ਜੀ। 263 ਪ੍ਰੋਗਰਾਮ ਤੁਹਾਨੂੰ ਦਿਖਾਤੇ। ਇੱਥੋਂ ਤੁਸੀਂ ਏਰੀਆ ਆਫ ਇੰਟਰਸਟ ਦੇ ਉੱਤੇ ਚਲੇ ਜਾਓ। ਸੋ ਦਿਸ ਇਜ਼ ਦ ਮੋਸਟ ਰੈਲੀਵੈਂਟ ਕੋਰਸ ਦੈਟ ਯੂ ਹੈਵ ਪਰਸਿਊਡ ਔਰ ਯੋਰ ਇੰਟਰਸਟ, ਹੈ ਨਾ। ਕੋਈ ਸਟੂਡੈਂਟ ਕਹਿੰਦੇ ਸਾਨੂੰ CSE IT 'ਚ ਬੜਾ ਇੰਟਰਸਟ ਹੈ ਜੀ, ਉਹ ਕੰਪਿਊਟਰ ਸਾਇੰਸ 'ਚ ਜਾ ਸਕਦੇ। ਕੋਈ ਬਿਜ਼ਨਸ ਵਾਲੇ ਹੋ ਗਏ, MBA ਕਹਿੰਦੇ ਜੀ ਸਾਨੂੰ ਉੱਧਰ ਇੰਟਰਸਟ ਹੈ। ਆਰਟਸ ਵਾਲੇ ਇੱਧਰ ਆ ਗਏ, ਕੁਲਿਨਰੀ ਆਰਟਸ ਦੇ ਵਿੱਚ। ਇੰਜੀਨੀਅਰਿੰਗ ਵਾਲੇ ਇੱਧਰ ਆ ਗਏ ਜੀ, ਫੂਡ ਪ੍ਰੋਸੈਸਿੰਗ ਵਾਲੇ ਇੱਧਰ ਆ ਗਏ, ਹੋਸਪਿਟੈਲਿਟੀ ਵਾਲੇ ਆ ਗਏ, ਹੈਲਥ ਸਾਇੰਸਿਸ ਆ ਗਏ। ਤਾਂ ਇਹਨਾਂ ਨੇ ਮੇਨਲੀ ਕੈਟਾਗਰਾਈਜ਼ ਕਰਤਾ, ਤੁਸੀਂ ਉਹਨਾਂ ਦੇ ਅਕੋਰਡਿੰਗ ਦੇਖ ਸਕਦੇ ਹੋ। ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਬਿਜ਼ਨਸ ਕੋਰਸ ਦੀ, ਤਾਂ ਆਪਾਂ ਅਪਲਾਈ ਕਰਾਂਗੇ ਫਿਲਟਰ। ਹੁਣ ਦੇਖੋ 263 ਦੇ ਵਿੱਚੋਂ ਆਪਣੇ ਕੋਲ ਕਿੰਨੇ ਰਹਿ ਜਾਂਦੇ, 43। ਤਾਂ ਬਾਕੀ ਸਾਰੇ ਕੋਰਸਿਸ ਇਹਨਾਂ ਨੇ ਅਲੱਗ ਕਰਦੇ। ਤਾਂ ਬਿਜ਼ਨਸ ਵਾਲੇ ਆ ਗਏ। ਬਿਜ਼ਨਸ ਵਾਲੇ ਜਿੰਨੇ ਵੀ ਕੋਰਸਿਸ ਹੈ, ਇਹਨਾਂ ਦੇ ਅੰਦਰ ਕੁਛ ਸਬਜੈਕਟਸ, 2-3 ਸਬਜੈਕਟ ਪੂਰੇ ਪ੍ਰੋਗਰਾਮ ਦੇ ਅੰਦਰ 2-3 ਸਬਜੈਕਟ ਸੇਮ ਹੀ ਹੁੰਦੇ ਆ ਸਾਰਿਆਂ ਦੇ ਅੰਦਰ, ਬਾਕੀ ਸਪੈਸੀਫਿਕ ਹੋ ਜਾਣਗੇ। ਓਕੇ, ਲਾਸਟ ਟਾਈਮ ਆਪਾਂ ਕੀਤਾ ਸੀ ਆਫਿਸ ਐਡਮਿਨਿਸਟ੍ਰੇਸ਼ਨ, ਦਿਸ ਟਾਈਮ ਵਿਲ ਟੇਕ ਆਫਿਸ ਐਡਮਿਨਿਸਟ੍ਰੇਸ਼ਨ ਐਗਜ਼ੈਕਟਿਵ। ਤਾਂ ਐਗਜ਼ੈਕਟਿਵ ਵਾਲੇ ਦੇ ਵਿੱਚ ਅਤੇ ਜਨਰਲ ਵਾਲੇ ਦੇ ਵਿੱਚ ਕਿੰਨਾ ਕੁ ਅੰਤਰ ਆਉਂਦਾ, ਤਾਂ ਸਿੰਪਲ ਭਾਸ਼ਾ 'ਚ ਸਮਝ ਲਓ, ਜਿਹੜੇ ਐਗਜ਼ੈਕਟਿਵ ਵਾਲੇ ਹੋ ਗਏ ਉਹ ਆਫਿਸਿਸ ਜਿਹੜੇ ਕਿ ਬਹੁਤ ਵਧੀਆ ਆਫਿਸਿਸ ਹੁੰਦੇ ਹੈ। ਜਿਵੇਂ ਕੋਈ ਮੰਨ ਲਓ ਗਵਰਨਮੈਂਟ ਦਾ ਕੋਈ ਆਫਿਸ ਹੋ ਗਿਆ, ਜਾਂ ਕੋਈ ਸਪੈਸੀਫਿਕ ਹੋ ਗਿਆ ਕਿਸੇ ਕੰਪਨੀ ਦਾ ਆਫਿਸ ਹੈ, ਤਾਂ ਉਹਨਾਂ ਦੇ ਅੰਦਰ ਇਹ ਐਗਜ਼ੈਕਟਿਵ ਵਾਲੇ ਆ ਜਾਂਦੇ ਆ। ਅਦਰਵਾਈਜ਼ ਜਿਹੜੇ ਪਹਿਲਾਂ ਆਪਾਂ ਕਰਦੇ ਸੀ ਜਨਰਲ ਆਫਿਸ, ਉਹ ਕੁਛ ਵੀ ਹੋ ਸਕਦਾ। ਇਟ ਕੈਨ ਬੀ ਈਵਨ ਅ ਸਟੋਰ। ਕਿਸੇ ਸਟੋਰ 'ਤੇ ਜਾ ਕੇ ਵੀ ਜੇ ਤੁਸੀਂ ਕਹਿੰਦੇ ਹੋ ਵੀ ਬੁੱਕ ਕੀਪਿੰਗ ਕਰਨੀ ਹੈ, ਜਾਂ ਫੋਰ ਐਗਜ਼ਾਮਪਲ ਵੀ ਉਹਨਾਂ ਦਾ ਸਟੋਰ ਦਾ ਅਕਾਊਂਟਸ ਮੈਨੇਜ ਕਰਨਾ ਹੈ, ਜਾਂ ਉੱਥੇ ਤੁਸੀਂ ਕਿਸੇ ਤਰ੍ਹਾਂ ਦਾ ਆਫਿਸ ਹੈ ਸਟੋਰ ਵਾਲਿਆਂ ਦਾ, ਉਹਦੇ ਵਿੱਚ ਵਰਕ ਕਰਨਾ, ਸੋ ਦੈਟ ਵਿਲ ਬੀ ਜਨਰਲ ਆਫਿਸ। ਐਗਜ਼ੈਕਟਿਵ ਆਫਿਸ ਹੋ ਗਿਆ, ਮੰਨ ਲਓ ਕਿਸੇ ਕੰਪਨੀ ਦਾ ਹੋ ਗਿਆ ਜੀ, ਹੈ ਨਾ। ਫੋਰ ਐਗਜ਼ਾਮਪਲ ਦੇਅਰ ਇਜ਼ ਅ ਪ੍ਰਾਈਵੇਟ ਬੈਂਕ TD ਕੈਨੇਡਾ, ਹੈ ਨਾ। TD ਕੈਨੇਡਾ ਇਜ਼ ਅ ਬੈਂਕ, ਐਂਡ ਉਹਦੇ ਵਿੱਚ ਅਗਰ ਤੁਸੀਂ ਆਫਿਸ ਦੇ ਅੰਦਰ ਐਜ਼ ਐਨ ਆਫਿਸ ਐਡਮਿਨਿਸਟ੍ਰੇਟਰ ਕੰਮ ਕਰਨਾ, ਦੈਨ ਯੂ ਵਿਲ ਗੋ ਫॉर ਜਨਰਲ। ਐਂਡ ਹੇਅਰ ਵਿਲ ਕਮ ਵਿਦ ਦ ਕੋਰਸਿਸ। ਕੋਰਸ ਹੁੰਦੇ ਜੀ ਸਬਜੈਕਟ, ਕਿਹੜੇ ਸਬਜੈਕਟ ਆਪਾਂ ਨੂੰ ਉੱਥੇ ਪੜ੍ਹਾਏ ਜਾਣਗੇ। ਤਾਂ ਜਿਹੜੇ ਕੋਰਸ ਸਬਜੈਕਟਸ ਹੁਣ ਮੈਂ ਤੁਹਾਨੂੰ ਦੱਸ ਰਿਹਾ, ਇਹ ਸਾਰੇ ਆਲਮੋਸਟ ਸੇਮ ਹੈ। ਹਰੇਕ ਆਫਿਸ ਐਡਮਿਨਿਸਟ੍ਰੇਸ਼ਨ ਦੇ ਅੰਦਰ ਇਹੀ ਮਿਲਣਗੇ, ਥੋੜ੍ਹਾ ਬਹੁਤ ਫ਼ਰਕ ਹੋ ਜਾਏਗਾ। ਐਂਡ ਜਨਰਲੀ ਉਹ ਥੋੜ੍ਹਾ ਬਹੁਤ ਫ਼ਰਕ ਕਿੱਥੇ ਹੁੰਦਾ, ਲੈਵਲ 2 ਦੇ ਵਿੱਚ ਹੁੰਦਾ। ਤਾਂ ਦੇਖੋ ਇਹ ਕੋਰਸ ਹੈ ਜਿਹੜਾ ਅਗੇਨ ਇਟ ਇਜ਼ ਡਿਵਾਈਡਿਡ ਇਨਟੂ ਲੈਵਲ 1 ਐਂਡ ਲੈਵਲ 2। ਤਾਂ ਲੈਵਲ 1 ਦੇ ਅੰਦਰ ਦੇਖੋ 1 2 3 4 5 6 7, ਇਹ 7 ਨਹੀਂ ਹੈ ਐਕਚੁਅਲੀ, ਇਹ 6 ਹੀ ਹੈ। ਜਿਹੜਾ ਕੋਨੈਸਟੋਗਾ 101 ਹੈ, ਇਹ ਸਿਰਫ 1-1.5 ਘੰਟੇ ਦਾ ਹੀ ਪ੍ਰੋਗਰਾਮ ਹੁੰਦਾ, ਇਸ ਤੋਂ ਜ਼ਿਆਦਾ ਨਹੀਂ ਹੈ। ਸੋ ਯੂ ਕੈਨ ਸੀ ਦ ਆਰਸ ਇਜ਼ 1 ਐਂਡ 0। ਇਹ ਸਿਰਫ ਇਹ ਕਾਲਜ ਬਾਰੇ ਦੱਸਣਗੇ ਕਿ ਸਾਡਾ ਕਾਲਜ ਦਾ ਕੀ ਸਟਰਕਚਰ ਹੈ, ਕੀ ਸਿਨੈਰੀਓ ਹੈ, ਕਿੱਦਾਂ ਤੁਸੀਂ ਆਪਣਾ ਕੰਮ ਸਬਮਿਟ ਕਰਨਾ, ਕਿੱਦਾਂ ਤੁਸੀਂ ਕਲਾਸਿਸ ਅਟੈਂਡ ਕਰਨੀਆਂ, ਕਿੱਦਾਂ ਤੁਸੀਂ ਮਾਰਕਸ ਦੇਖਣੇ ਹੈ, ਤੁਸੀਂ ਪਾਸ ਕਿੱਦਾਂ ਹੋਣਾ, ਇਹ ਸਾਰੀਆਂ ਚੀਜ਼ਾਂ ਬਾਰੇ। ਅਤੇ ਬਾਕੀ ਜਿਹੜੇ ਸਬਜੈਕਟਸ ਆ ਉਹ ਤੁਹਾਡੇ ਪੜ੍ਹਨ ਵਾਲੇ ਸਬਜੈਕਟ, ਪੜ੍ਹ ਕੇ ਤੁਸੀਂ ਸਕੋਰ ਕਰਨਾ ਉਹਨਾਂ ਦੇ ਵਿੱਚ। ਸੋ ਦ ਫਸਟ ਵਨ ਕਮਸ ਡਾਕੂਮੈਂਟ ਪ੍ਰੋਸੈਸਿੰਗ। ਤਾਂ ਡਾਕੂਮੈਂਟ ਪ੍ਰੋਸੈਸਿੰਗ ਦੇ ਅੰਦਰ ਕੀ ਹੁੰਦਾ, ਜਿਹੜੇ ਸਟੂਡੈਂਟਸ ਨੂੰ ਪਤਾ ਹੈ ਕਿ ਆਪਾਂ ਕੋਈ ਵੀ ਡਾਕੂਮੈਂਟ ਬਣਾਉਂਦੇ ਹਾਂ ਕੰਪਿਊਟਰ ਦੇ ਉੱਤੇ, ਵੀ ਮੇਕ ਯੂਜ਼ ਆਫ ਟੂਲ ਵਰਡ ਪ੍ਰੋਸੈਸਰ। ਕੋਈ ਵੀ ਵਰਡ ਪ੍ਰੋਸੈਸਰ ਯੂਜ਼ ਕਰਦੇ ਹਾਂ, ਜਿਵੇਂ ਕਿ ਮਾਈਕਰੋਸਾਫਟ ਦਾ ਵਰਡ ਪ੍ਰੋਸੈਸਰ ਹੈ, ਦਿਸ ਇਜ਼ ਮਾਈਕਰੋਸਾਫਟ ਆਫਿਸ ਦੇ ਅੰਦਰ ਉਹ ਆਉਂਦਾ ਵਰਡ, ਹੈ ਨਾ। ਐਂਡ ਆਪਣੇ ਕੋਲ ਲਾਈਨਿਕਸ ਦੇ ਅੰਦਰ ਵੀ ਹੁੰਦੇ ਹੈ ਨਾ, ਮੈਕਿਨਟੋਸ਼ ਇਹਨਾਂ ਦੇ ਅੰਦਰ ਵੀ ਹੁੰਦੇ ਹੈ। ਤਾਂ ਉਹ ਸਾਰੇ ਅਲੱਗ-ਅਲੱਗ ਆਪਣੇ ਕੋਲ ਵਰਡ ਪ੍ਰੋਸੈਸਰਸ ਹੁੰਦੇ ਆ। ਤੁਸੀਂ ਕੋਈ ਵੀ ਇੱਕ ਟੂਲ ਯੂਜ਼ ਕਰਨਾ, ਦੈਟ ਇਜ਼ ਜਸਟ ਅ ਟੂਲ। ਮੇਨ ਕੰਮ ਕੀ ਆ ਉਹਦਾ ਵਰਡ ਪ੍ਰੋਸੈਸਰ ਦਾ, ਉਸ ਵਰਡ ਪ੍ਰੋਸੈਸਰ ਦੇ ਅੰਦਰ ਤੁਸੀਂ ਕੀ ਕਰਨਾ ਹੈ ਜੀ, ਸਭ ਤੋਂ ਇੰਪੋਰਟੈਂਟ ਚੀਜ਼ ਆ ਗਈ ਬਿਜ਼ਨਸ ਲੈਟਰਸ।
ਤਾਂ ਬਿਜ਼ਨਸ ਰਿਲੇਟਿਡ ਜੋ ਵੀ ਕੰਮ ਹੁੰਦਾ ਇਹਨਾਂ ਵਿੱਚ ਕਵਰ ਹੁੰਦਾ। ਬਿਜ਼ਨਸ ਲੈਟਰਸ ਹੋ ਗਏ, ਕੋਈ ਮੈਮੋਰੈਂਡਮਸ ਕ੍ਰੀਏਟ ਕਰਨੇ ਹੈ, ਈਮੇਲ ਕਰਨੇ ਹੈ, ਮੈਸੇजेस, ਕੁਛ ਕੰਟੈਂਟ ਹੈ ਉਹਨਾਂ ਦੀ ਫੋਰਮੈਟਿੰਗ ਕਰਨੀ ਹੈ, ਲੇਆਊਟ ਕਰਨਾ ਹੈ। ਤਾਂ ਇਹ ਦੇਖਣ 'ਚ ਜਾਂ ਸੁਣਨ 'ਚ ਇਹ ਬਹੁਤ ਈਜ਼ੀ ਲੱਗੇਗਾ ਤੁਹਾਨੂੰ, ਪਰ ਜਦੋਂ ਤੁਸੀਂ ਡਿਟੇਲ ਦੇ ਵਿੱਚ ਇਹ ਕੋਰਸ ਨੂੰ ਪੜ੍ਹੋਗੇ, ਤੁਹਾਨੂੰ ਪੜ੍ਹਾਉਣਗੇ, ਦੈਨ ਯੂ ਵਿਲ ਕਮ ਟੂ ਨੋ ਡੈਫੀਨੇਟਲੀ ਕਿ ਬਹੁਤ ਕੁਛ ਹੈ ਸਿੱਖਣ ਲਈ। ਇੰਡੀਅਨ ਸਿਸਟਮ ਦੇ ਅੰਦਰ ਆਪਾਂ ਨੂੰ ਇਹ ਚੀਜ਼ਾਂ ਕਦੇ ਨਹੀਂ ਪੜ੍ਹਾਈਆਂ ਜਾਣਗੀਆਂ। ਤੁਸੀਂ ਚਾਹੇ ਕੋਈ ਮਰਜ਼ੀ ਕੋਰਸ ਕਰ ਲਓ, ਈਵਨ ਇਫ ਯੂ ਗੋ ਫॉर ਆਫਿਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਵੀ ਕਰੋਗੇ ਨਾ, ਤਾਂ ਉਹਦੇ ਵਿੱਚ ਵੀ ਇਹ ਚੀਜ਼ਾਂ ਇੰਨੀਆਂ ਸਪੈਸੀਫਿਕ ਨਹੀਂ ਪੜ੍ਹਾਈਆਂ ਜਾਂਦੀਆਂ ਜਿੰਨੀਆਂ ਉਹ ਪੜ੍ਹਾਉਣਗੇ। ਤਾਂ ਆਸਾਨ ਹੈ, ਅਗਰ ਤੁਸੀਂ ਟਾਈਮ ਡਿਵੋਟ ਕਰੋਗੇ ਈਜ਼ੀਲੀ ਸਿੱਖ ਸਕਦੇ ਹੋ। ਅਗਰ ਤੁਸੀਂ ਨਹੀਂ ਟਾਈਮ ਡਿਵੋਟ ਕਰ ਸਕਦੇ, ਨਹੀਂ ਸਿੱਖ ਸਕਦੇ, ਤੁਸੀਂ ਸਾਨੂੰ ਕਾਲ ਕਰੋ, ਨੋ ਇਸ਼ੂਜ਼। ਨੈਕਸਟ ਇਜ਼ ਕਾਲਜ ਰੀਡਿੰਗ ਐਂਡ ਰਾਈਟਿੰਗ ਸਕਿੱਲਸ। ਰੀਡਿੰਗ ਕਿੱਦਾਂ ਕਰਨੀ ਹੈ, ਰਾਈਟਿੰਗ ਕਿੱਦਾਂ ਕਰਨੀ ਹੈ, ਇਹਦੇ ਵਿੱਚ ਸਾਰਾ ਕੰਮ ਹੀ ਰਿਸਰਚ ਓਰੀਐਂਟਡ ਹੈ ਕਿ ਰਿਸਰਚ ਪੇਪਰ ਕਿਵੇਂ ਬਣਦੇ ਹੈ, ਉਹਨਾਂ ਦਾ ਥੀਸਿਸ ਸਟੇਟਮੈਂਟ ਕਿੱਦਾਂ ਲਿਖਿਆ ਜਾਂਦਾ ਹੈ, ਉਹਨਾਂ ਦੇ ਰੈਫਰੈਂਸਿਸ ਕਿੱਦਾਂ ਦਿੱਤੇ ਜਾਂਦੇ ਹੈ, ਪ੍ਰੂਫ ਕਿੱਦਾਂ ਲਾਏ ਜਾਂਦੇ ਹੈ, ਕਿੱਦਾਂ ਪੈਰਾਫਰੇਜ਼ਿੰਗ ਹੁੰਦੀ ਹੈ, ਕਿੱਦਾਂ ਕਰਨੀ ਹੈ, ਕਿਵੇਂ ਨਹੀਂ ਕਰਨੀ, ਦੋਨੋਂ ਚੀਜ਼ਾਂ। ਅਗੇਨ ਇਹ ਤੁਹਾਡੇ ਕੋਲ ਇੱਕ ਕੋਰਸ ਆ ਗਿਆ। ਇਸ ਤੋਂ ਬਾਅਦ ਆ ਗਿਆ ਸਪਰੈਡਸ਼ੀਟਸ। ਸਪਰੈਡਸ਼ੀਟਸ ਲਈ ਆਪਾਂ ਨੂੰ ਪਤਾ ਮਾਈਕਰੋਸੋਫਟ ਐਕਸੈਲ ਹੈ, ਇਹਨਾਂ ਨੇ ਲਿਖਿਆ ਹੀ ਹੋਇਆ। ਤਾਂ ਕੋਨੈਸਟੋਗਾ ਕਾਲਜ ਹੈ ਜਿਹੜਾ ਕਿ ਇਹ ਆਪਣਾ ਡਾਕੂਮੈਂਟ ਪ੍ਰੋਸੈਸਿੰਗ ਜਾਂ ਸਪਰੈਡਸ਼ੀਟਸ ਲਈ ਸਿਰਫ ਔਰ ਸਿਰਫ ਮਾਈਕਰੋਸੋਫਟ ਦਾ ਹੀ ਟੂਲ ਯੂਜ਼ ਕਰਦੇ ਹੈ, ਜਿਹਨੂੰ ਕਿ ਆਪਾਂ ਮਾਈਕਰੋਸੋਫਟ ਆਫਿਸ ਕਹਿੰਦੇ ਹਾਂ। ਇਟ ਮੇ ਬੀ ਮਾਈਕਰੋਸੋਫਟ ਆਫਿਸ 365 ਔਨਲਾਈਨ ਔਰ ਇਟ ਮੇ ਬੀ ਮਾਈਕਰੋਸੋਫਟ ਆਫਿਸ ਆਫਲਾਈਨ, ਕੋਈ ਵੀ ਹੋ ਸਕਦਾ, ਵਰਜ਼ਨ ਲੇਟੈਸਟ ਹੀ ਹੁੰਦਾ ਜਨਰਲੀ 2016 ਐਂਡ ਅਬਵ। ਤਾਂ ਇਹਦੇ ਵਿੱਚ ਕਿੱਦਾਂ ਫੰਕਸ਼ਨਸ ਲਗਾਉਣੇ ਹੈ, ਫਾਰਮੂਲਾਜ਼ ਕਿੱਦਾਂ ਲੱਗਦੇ ਹੈ ਜੀ, ਚਾਰਟਸ ਕਿੱਦਾਂ ਬਣਦੇ ਹੈ, 3D ਫਾਰਮੂਲਾਜ਼ ਕਿਵੇਂ ਲੱਗ ਰਹੇ ਹੈ, ਕੈਲਕੂਲੇਸ਼ਨਸ ਕਿੱਦਾਂ ਹੋ ਰਹੀਆਂ ਹੈ, ਪਾਈਵਟ ਟੇਬਲਸ ਕਿੱਦਾਂ ਬਣ ਰਹੇ ਹੈ, ਰੈਫਰੈਂਸਿੰਗ ਕਿੱਦਾਂ ਹੋ ਰਹੀ ਹੈ, ਫਾਰਮੈਟਿੰਗ ਕਿੱਦਾਂ ਹੋ ਰਹੀ ਹੈ, ਸਾਰਾ ਕੁਛ ਮਾਈਕਰੋਸੋਫਟ ਐਕਸੈਲ ਦੇ ਰਿਗਾਰਡਿੰਗ ਇਸ ਸਬਜੈਕਟ ਦੇ ਅੰਦਰ ਪੜ੍ਹਾਇਆ ਜਾਂਦਾ। ਦੈਨ ਵੀ ਹੈਵ ਪ੍ਰੈਜੈਂਟੇਸ਼ਨ ਸੋਫਟਵੇਅਰ। ਪ੍ਰੈਜੈਂਟੇਸ਼ਨ ਲਈ ਮਾਈਕਰੋਸੋਫਟ ਪਾਵਰਪੁਆਇੰਟ PPT ਕਿੱਦਾਂ ਬਣਾਉਣੀ ਹੈ, ਕਿੱਦਾਂ ਐਨੀਮੇਸ਼ਨਸ ਐਡ ਕਰਨੀਆਂ, ਟ੍ਰਾਂਜੈਕਸ਼ਨਸ ਕਿੱਦਾਂ ਐਡ ਕਰਨੀਆਂ, ਤੁਸੀਂ ਡਿਜ਼ਾਈਨ ਕਿੱਦਾਂ ਕ੍ਰੀਏਟ ਕਰਨਾ, ਉਹਦੇ ਵਿੱਚ ਤੁਸੀਂ ਵਰਕ ਫਲੋਜ਼ ਬਣਾਉਣੇ ਹੈ, ਤੁਸੀਂ ਗ੍ਰਾਫ ਬਣਾਉਣੇ, ਚਾਰਟ ਬਣਾਉਣਾ ਹੈ, ਸਮਾਰਟ ਆਰਟ ਐਡ ਕਰਨਾ, ਇਮੇਜਿਸ ਐਡ ਕਰਨੀਆਂ, ਟੈਂਪਲੇਟਸ ਬਣਾਉਣੇ ਹੈ, ਮਾਸਟਰ ਪੇਜਸ ਡਿਜ਼ਾਈਨ ਕਰਨੇ ਹੈ, ਇੱਦਾਂ ਦੇ ਸਾਰੇ ਕੰਮ ਆ ਗਏ। ਦੈਨ ਵੀ ਹੈਵ ਵਰਡ ਪ੍ਰੋਸੈਸਿੰਗ। ਹੁਣ ਇਹ ਵਰਡ ਪ੍ਰੋਸੈਸਿੰਗ ਐਂਡ ਡਾਕੂਮੈਂਟ ਪ੍ਰੋਸੈਸਿੰਗ ਆਲਮੋਸਟ ਸੇਮ ਸਾਊਂਡ ਕਰਦੇ, ਪਰ ਇਹ ਦੋਨਾਂ ਦੇ ਵਿੱਚ ਵੀ ਇੱਕ ਫ਼ਰਕ ਹੈ। ਜਿਹੜਾ ਕਿ ਵਰਡ ਪ੍ਰੋਸੈਸਿੰਗ ਹੈ ਦੈਟ ਇਜ਼ ਓਨਲੀ ਰਿਲੇਟਡ ਟੂ ਮਾਈਕਰੋਸੋਫਟ ਵਰਡ, ਬਟ ਜਿਹੜਾ ਡਾਕੂਮੈਂਟ ਪ੍ਰੋਸੈਸਿੰਗ ਹੈ ਇਹ ਸਿਰਫ ਇਹੀ ਦੱਸਦਾ ਕਿ ਲੈਟਰਸ, ਮੈਮੋਜ਼, ਈਮੇਲਸ, ਮੇਲ ਮਰਜ ਇੱਦਾਂ ਦੇ ਫੀਚਰ ਹੈ, ਇਹ ਕਿੱਦਾਂ ਯੂਜ਼ ਕਰਨੇ ਹੁੰਦਾ। ਇਹ ਵੀ ਮਾਈਕਰੋਸੋਫਟ ਵਰਡ ਦੇ ਵਿੱਚ ਹੀ ਹੈ, ਪਰ ਇਹ ਜੈਨਰਿਕ ਹੁੰਦਾ ਹੈ ਨਾ। ਜਿਵੇਂ ਤੁਹਾਨੂੰ ਕਹਿ ਦਿੰਦੇ ਕਿ ਲੈਟਰ ਲਿਖ ਦੇਣਾ ਜੀ, ਲੈਟਰ ਲਿਖ ਕੇ ਇਨਵੀਟੇਸ਼ਨ ਸੈਂਡ ਕਰਨਾ ਨਾਲ, ਤਾਂ ਇਨਵੀਟੇਸ਼ਨ ਨੂੰ ਡਿਜ਼ਾਈਨ ਕਰੋ, ਲੈਟਰ ਨੂੰ ਡਿਜ਼ਾਈਨ ਕਰੋ, ਉਹਦੇ ਅੰਦਰ ਵਰਡ ਦਾ ਵੀ ਕੰਮ ਹੋ ਗਿਆ ਐਂਡ ਤੁਹਾਡੇ ਐਕਸਟਰਾ ਸਕਿੱਲਸ ਵੀ ਹੋਣਗੇ, ਡਿਜ਼ਾਈਨਿੰਗ ਸਕਿੱਲਸ ਵੀ ਇਨਕੋਪਰੇਟ ਹੋਣਗੇ। ਪਰ ਇਹ ਜਿਹੜਾ ਹੈ ਵਰਡ ਪ੍ਰੋਸੈਸਿੰਗ, ਇਟ ਇਜ਼ ਸਟ੍ਰਿਕਟਲੀ ਰਿਲੇਟਿਡ ਟੂ ਮਾਈਕਰੋਸੋਫਟ ਵਰਡ ਓਨਲੀ। ਤਾਂ ਉਹਦੇ ਅੰਦਰ ਤੁਸੀਂ ਕਿੱਦਾਂ ਈਮੇਲਸ, ਲੈਟਰਸ, ਮਿਨਟਸ ਆਫ ਮੀਟਿੰਗ, ਕੁਛ ਵੀ ਚੀਜ਼ਾਂ ਜਿਹੜੀਆਂ ਆਫਿਸ ਦੇ ਯੂਜ਼ ਲਈ ਹੈ ਉਹ ਕਿੱਦਾਂ ਬਣਾਉਣੀ ਹੈ, ਕਿੱਦਾਂ ਤੁਸੀਂ ਉਹਨਾਂ ਦੀ ਸੈਟਿੰਗ ਕਰਨੀ ਹੈ, ਕਿੱਦਾਂ ਆਲਟਰਿੰਗ ਕਰਨੀ ਹੈ, ਉਹ ਸਾਰਾ ਕੁਛ ਆ ਗਿਆ। ਲਾਸਟ ਦੇ ਉੱਤੇ ਤੁਹਾਡੇ ਕੋਲ ਆ ਗਿਆ ਫਾਊਂਡੇਸ਼ਨਸ ਆਫ ਬਿਜ਼ਨਸ ਮੈਥਸ। ਮੈਥਸ ਹੈ, ਈਜ਼ੀ ਹੈ, ਜ਼ਿਆਦਾ ਔਖਾ ਮੈਥ ਨਹੀਂ ਹੈ, ਸਿੰਪਲ ਜਿਹਾ ਮੈਥ ਹੈ ਜਿਹੜਾ ਆਪਾਂ 8ਵੀਂ ਤੋਂ ਲੈ ਕੇ 10ਵੀਂ ਦੇ ਵਿੱਚ ਪੜ੍ਹਦੇ ਹਾਂ। ਪੰਜਾਬ ਸਕੂਲ ਐਜੂਕੇਸ਼ਨ ਬੋਰਡ, CBSE, ICSE, ਇਹਨਾਂ ਦੇ ਵਿੱਚ 8ਵੀਂ ਤੋਂ ਲੈ ਕੇ 10ਵੀਂ ਦੇ ਵਿੱਚ ਜਿਹੜਾ ਮੈਥ ਪੜ੍ਹਦੇ ਹੋ, ਉਸ ਮੈਥ ਦਾ ਸਿੰਪਲਰ ਵਰਜ਼ਨ ਹੈ ਨਾ। ਘਬਰਾਉਣ ਦੀ ਲੋੜ ਨਹੀਂ ਹੈ। ਕਈ ਸਟੂਡੈਂਟਸ ਕਹਿੰਦੇ ਸਰ ਸਾਡਾ ਤਾਂ ਮੈਥ ਇੰਨਾ ਵਧੀਆ ਹੈ ਨਹੀਂ, ਅਸੀਂ ਇਹ ਕੋਰਸ ਕਿੱਦਾਂ ਕਰਾਂਗੇ। ਪਰ ਉਹਨਾਂ ਲਈ ਇੱਕ ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜਾ ਇਹ ਤਰੀਕੇ ਨਾਲ ਤੁਹਾਨੂੰ ਇਹ ਪੜ੍ਹਾਇਆ ਜਾਏਗਾ ਕੋਨੈਸਟੋਗਾ ਕਾਲਜ ਦੇ ਵਿੱਚ, ਉਹ ਬਹੁਤ ਈਜ਼ੀ ਹੈ। ਤੁਸੀਂ ਸ਼ਾਇਦ ਇਹ ਵੀ ਕਹੋਗੇ ਕਿ ਹਾਂਜੀ ਸਰ ਇਹ ਮੈਨੂੰ ਜਦੋਂ ਮੈਂ ਆਪ ਪੜ੍ਹਿਆ ਸੀ ਲਾਈਕ 8ਵੀਂ 9ਵੀਂ ਦੇ ਵਿੱਚ ਮੈਨੂੰ ਬੜਾ ਮੁਸ਼ਕਿਲ ਲੱਗਿਆ ਸੀ, ਮੈਂ ਉਦੋਂ ਇਹ ਚੀਜ਼ ਦੇ ਵਿੱਚ ਐਕਸਪਰਟ ਨਹੀਂ ਸੀ, ਮੈਂ ਕਰ ਨਹੀਂ ਪਾਇਆ ਸੀ। ਪਰ ਹੁਣ ਜਿਹੜਾ ਇਹਨਾਂ ਦਾ ਪੜ੍ਹਾਉਣ ਦਾ ਤਰੀਕਾ ਮੈਨੂੰ ਬੜਾ ਅੱਛਾ ਲੱਗਿਆ, ਬੜਾ ਈਜ਼ੀ ਹੈ, ਮੈਨੂੰ ਸਮਝ ਆ ਗਿਆ, ਮੈਂ ਕਰ ਸਕਦਾ। ਠੀਕ ਹੈ ਜੀ। ਤਾਂ ਇਹ ਸਾਰੇ ਸਿੰਪਲ ਜਿਹੇ ਸਕਿੱਲਸ ਹੈ ਜਿਹੜੇ ਕਿ ਜਨਰਲ ਤੁਹਾਡੇ ਆਫਿਸ ਦੇ ਅੰਦਰ ਤੁਹਾਨੂੰ ਕੰਮ ਆਉਣਗੇ, ਉਹ ਸਾਰਾ ਇਹਦੇ ਵਿੱਚ ਇਹ ਕਰਵਾਉਣਗੇ ਤੁਹਾਨੂੰ। ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਲੈਵਲ 2 ਦੇ ਵੱਲ। ਲੈਵਲ 2 ਦੇ ਵਿੱਚ ਆਉਂਦੀ ਹੈ ਬੁੱਕ ਕੀਪਿੰਗ। ਤਾਂ ਬੁੱਕ ਕੀਪਿੰਗ ਦੇ ਜਿਹੜਾ ਇਹ ਕੋਰਸ ਹੈ, ਯਾਨੀ ਕਿ ਇਹ ਜੋ ਸਬਜੈਕਟ ਹੈ, ਇਹ ਅਕਾਊਂਟੈਂਸੀ 'ਚੋਂ ਆਉਂਦਾ। ਪੈਸੇ ਦਾ ਲੈਣ ਦੇਣ ਕਿੱਦਾਂ ਮੇਨਟੇਨ ਕਰਨਾ, ਕ੍ਰੈਡਿਟ, ਡੈਬਿਟ, ਕੈਸ਼ ਰਿਸਿਪਟਸ, ਕੈਸ਼ ਪੇਮੈਂਟਸ,
कैश फ्लो स्टेटमेंट्स, एडजस्टमेंट्स, फाइनैंशियल स्टेटमेंट्स, ये सारिया चीज़ां ये बारे बेसिक सिखाएंगे। जिन्होंने औखा लगता भी अकाउंटेंसी सानू नहीं पता, वो बेफिक्र हो जान, बहुत ईजी तरीके नाल समझाएंगे, बड़े आराम नाल तुहानूं समझ आ जाएगा। दैन वी कम अक्रॉस ऑफिस प्रोसीजर्स। ऑफिस प्रोसीजर ਦੇ ਵਿੱਚ ਕੀ ਹੈ ਕਿ ਆਪਾਂ ਅਗਰ ਆਫਿਸ ਦੇ ਵਿੱਚ ਹੈਗੇ ਆ ਤਾਂ ਉੱਥੇ ਆਪਾਂ ਇੱਕ ਦੂਸਰੇ ਨਾਲ ਕਮਿਊਨੀਕੇਟ ਵੀ ਕਰਨਾ, ਐਂਡ ਵੀ ਕਮਿਊਨੀਕੇਟ ਓਨਲੀ ਇਨ ਟੂ ਪੋਸੀਬਲ ਵੇਜ਼। ਵਨ ਇਜ਼ ਇਨ ਰਾਈਟਿੰਗ ਐਂਡ ਸੈਕਿੰਡ ਇਜ਼ ਵਿਦ ਯੋਰ ਵੋਇਸ, ਹੈ ਨਾ। ਤਾਂ ਬੋਲ ਕੇ ਤੁਸੀਂ ਵਰਬਲ ਕਮਿਊਨੀਕੇਸ਼ਨ ਕਰਦੇ ਹੋ, ਐਂਡ ਰਾਈਟਿੰਗ ਦੇ ਵਿੱਚ ਤਾਂ ਰਾਈਟਿੰਗ ਦੇ ਅੰਦਰ ਕਿੱਦਾਂ ਲਿਖਣਾ ਹੈ, ਲੈਟਰਸ ਕਿੱਦਾਂ ਲਿਖਣੇ ਹੈ, ਇਨਫੋਰਮੇਸ਼ਨ ਕਿਵੇਂ ਲਿਖਣੀ ਹੈ, ਐਂਡ ਕਮਿਊਨੀਕੇਟ ਬੋਲ ਕੇ ਕਿੱਦਾਂ ਕਰਦੇ ਹੋ, ਉਹਦੇ ਅਲੱਗ-ਅਲੱਗ ਤਰੀਕੇ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੁੰਦੀਆਂ। ਦੈਨ ਵੀ ਹੈਵ ਕਰੀਅਰ ਸਕਸੈਸ। ਕਰੀਅਰ ਸਕਸੈਸ ਕੋਈ ਔਖਾ ਨਹੀਂ ਹੈ, ਬਹੁਤ ਹੀ ਆਸਾਨ ਜਿਹਾ ਹੈ। ਤਾਂ ਤੁਹਾਡੇ ਕੋਲ ਇੰਟਰਵਿਊਜ਼ ਕਿੱਦਾਂ ਅਟੈਂਡ ਕਰਨੇ, ਇੰਟਰਵਿਊਜ਼ ਦੇ ਵਿੱਚ ਕਿੱਦਾਂ ਗੈਟਅਪ ਕਰਕੇ ਜਾਣੀ ਹੈ, ਇਹਨਾਂ ਚੀਜ਼ਾਂ ਬਾਰੇ ਹੀ ਹੁੰਦਾ। ਦੈਨ ਵੀ ਹੈਵ ਫੰਡਾਮੈਂਟਲਸ ਆਫ ਇਫੈਕਟਿਵ ਰਾਈਟਿੰਗ ਕਮਿਊਨੀਕੇਸ਼ਨ। ਲਿਖਣਾ ਕਿੱਦਾਂ ਹੈ ਜੀ, ਗ੍ਰਾਮਰ ਦੇ ਉੱਤੇ ਬੜਾ ਧਿਆਨ ਦਿੱਤਾ ਜਾਂਦਾ ਹੈ, ਪੰਕਚੁਏਸ਼ਨਸ 'ਤੇ ਬਹੁਤ ਧਿਆਨ ਦਿੱਤਾ, ਕੌਮਾ ਕਿੱਥੇ ਲਾਣੇ, ਸਿੰਗਲ ਕੋਟ ਕਿੱਥੇ ਲਾਣਾ, ਡਬਲ ਕੋਟ ਕਿੱਥੇ ਲਾਣਾ, ਸਪੈਲਿੰਗ ਕੀ ਹੋਣੇ ਚਾਹੀਦੇ ਹੈ, ਕਿਹੜੇ ਸਪੈਲਿੰਗ ਦਾ ਕੀ ਅਸਰ ਹੈ, ਕਿਹੜੇ ਵਰਡ ਦਾ ਕੀ ਮੀਨਿੰਗ ਹੋਣਾ ਚਾਹੀਦਾ, ਕਿਸ ਕੰਟੈਕਸਟ 'ਚ ਲਿਖਣਾ ਇਹਨੂੰ, ਉਹ ਸਾਰੀਆਂ ਚੀਜ਼ਾਂ। ਦੈਨ ਵੀ ਹੈਵ 2 ਸਬਜੈਕਟਸ। ਹਾਂ ਜਿਹੜੇ 2 ਰਿਮੇਨਿੰਗ ਸਬਜੈਕਟ ਹੈ, ਵਨ ਇਜ਼ ਐਡਵਾਂਸਡ ਸਪਰੈਡਸ਼ੀਟ, ਯਾਨੀ ਕਿ ਜਿਹੜਾ ਪਹਿਲਾਂ ਵਾਲਾ ਸਪਰੈਡਸ਼ੀਟ ਦਾ ਸੀ ਉਹਦਾ ਥੋੜ੍ਹਾ ਜਿਹਾ ਐਡਵਾਂਸਡ ਵਰਜ਼ਨ, ਐਂਡ ਸੈਕਿੰਡ ਇਜ਼ ਦ ਐਡਵਾਂਸਡ ਵਰਡ ਪ੍ਰੋਸੈਸਿੰਗ। ਐਡਵਾਂਸ ਸਪਰੈਡਸ਼ੀਟ ਦੇ ਅੰਦਰ ਕੀ ਆ ਗਿਆ ਤੁਹਾਡੇ ਕੋਲ, ਵਿਜ਼ਾਰਡਸ ਆ ਜਾਂਦੇ, ਕੁਐਰੀਜ਼ ਆ ਜਾਂਦੀਆਂ। ਤਾਂ ਥੋੜ੍ਹਾ ਮਾਈਕਰੋਸੋਫਟ ਵਰਡ ਦੇ ਅੰਦਰ ਅਤੇ ਮਾਈਕਰੋਸੋਫਟ ਸਪਰੈਡਸ਼ੀਟ ਦੇ ਅੰਦਰ ਕੁਛ ਫਾਰਮੂਲਾਜ਼ ਲੱਗਦੇ ਹੈ ਜਿਹੜੇ ਕਿ ਪ੍ਰੋਫੈਸ਼ਨਲ ਡਾਟਾ ਮੈਨੇਜਮੈਂਟ ਦੇ ਵਿੱਚ ਹੁੰਦੇ। ਜਿਵੇਂ ਕਿ ਆਪਾਂ ਕਹਿ ਦਈਏ ਅਗਰ ਸਪਰੈਡਸ਼ੀਟ ਦੀ ਗੱਲ ਕਰੇ ਹੋਗੇ ਤਾਂ ਤੁਹਾਡੇ ਕੋਲ ਤੁਸੀਂ ਕੁਛ ਕੁਐਰੀਜ਼ ਯੂਜ਼ ਕਰਦੇ ਆ, ਐਂਡ ਸਿਮਿਲਰਲੀ ਕੁਐਰੀ ਕਿੱਥੇ ਯੂਜ਼ ਹੁੰਦੀ ਹੈ, ਡੇਟਾਬੇਸ ਦੇ ਅੰਦਰ। ਜਿਹੜੇ ਟੈਕਨੀਕਲ ਸਟੂਡੈਂਟਸ ਹੈ, ਟੈਕਨੀਕਲ ਬੈਕਗਰਾਊਂਡ ਵਾਲੇ, ਉਹਨਾਂ ਨੂੰ ਪਤਾ ਵਾਟ ਇਜ਼ DBMS, ਡੇਟਾਬੇਸ ਮੈਨੇਜਮੈਂਟ ਸਿਸਟਮ। ਔਰ ਕੋਈ ਵੀ ਡੇਟਾਬੇਸ ਹੈ, ਚਾਹੇ SQL ਹੈ, ਨੋ SQL ਹੈ ਨਾ, MongoDB, ਵਿਚ ਐਵਰ, ਕੋਈ ਮਰਜ਼ੀ ਚੱਕ ਲਓ ਡੇਟਾਬੇਸ, ਹੈ ਨਾ, Oracle ਚੱਕ ਲਓ, ਵਟ ਐਵਰ ਜੋ ਤੁਹਾਨੂੰ ਅੱਛਾ ਲੱਗਦਾ, DB2, ਸਾਰਿਆਂ ਦਾ ਬੇਸ ਹੁੰਦਾ SQL, ਸਟਰਕਚਰਡ ਕੁਐਰੀ ਲੈਂਗੁਏਜ। ਔਰ ਉਹ ਕੁਐਰੀ ਲੈਂਗੁਏਜ ਦੇ ਅੰਦਰ ਛੋਟੀਆਂ ਕੁਐਰੀਜ਼ ਬਣਦੀਆਂ, ਉਹ ਕੁਐਰੀਜ਼ ਇਹਦੇ ਅੰਦਰ ਵੀ ਸਿਖਾਉਣਗੇ ਤੁਹਾਨੂੰ ਕਿਵੇਂ ਬਣਾਉਣੀਆਂ। ਜ਼ਿਆਦਾ ਔਖਾ ਨਹੀਂ, ਸਿੰਪਲ ਜੀਆਂ ਛੋਟੀਆਂ ਕੁਐਰੀਜ਼, ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਐਕਚੁਅਲ 'ਚ ਡੇਟਾ ਕਿੱਦਾਂ ਕੁਐਰੀਜ਼ ਨਾਲ ਮੈਨੇਜ ਹੁੰਦਾ। ਲਾਸਟਲੀ ਤੁਹਾਡੇ ਕੋਲ ਆ ਗਿਆ ਵਰਡ ਪ੍ਰੋਸੈਸਿੰਗ। ਇਹਦੇ ਵਿੱਚ ਵੀ ਵਰਡ ਪ੍ਰੋਸੈਸਿੰਗ ਦਾ ਕੁਛ ਐਡਵਾਂਸਡ ਫੀਚਰ ਆ ਜਾਂਦੇ ਆ। ਫਿਰ ਉਸ ਤੋਂ ਬਾਅਦ ਇੱਕ ਚੀਜ਼ ਬੜੀ ਇੰਪੋਰਟੈਂਟ ਸਿਖਾਉਂਦੇ ਆ, ਇਹ ਪ੍ਰੂਫ ਰੀਡਿੰਗ। ਪ੍ਰੂਫ ਰੀਡਿੰਗ ਦਾ ਮਤਲਬ ਇਹ ਹੁੰਦਾ ਕਿ ਜਦੋਂ ਤੁਸੀਂ ਡਾਕੂਮੈਂਟ ਫਾਈਨਲਾਈਜ਼ ਕਰ ਲਿਆ, ਤੁਸੀਂ ਉਹਨੂੰ ਕਿੱਦਾਂ ਚੈੱਕ ਕਰਨਾ ਹੈ, ਕਿੱਦਾਂ ਉਹਦੀ ਕੁਆਲਿਟੀ ਨੂੰ ਐਨਹੈਂਸ ਕਰਨਾ ਹੈ ਨਾ। ਕੁਆਲਿਟੀ ਛੋਟੀ ਮੋਟੀ ਗਲਤੀਆਂ ਇਹ ਨਹੀਂ, ਕੁਆਲਿਟੀ ਇਹ ਨਹੀਂ ਹੁੰਦੀ ਕਿ ਚਲੋ ਗ੍ਰਾਮਰ ਗਲਤ ਹੋ ਗਈ ਜਾਂ ਸਪੈਲਿੰਗ ਗਲਤ ਹੋ ਗਿਆ, ਉਹ ਤਾਂ ਇੰਨਾ ਕੁ ਤਾਂ ਆਪਾਂ ਨੂੰ ਵੀ ਲੱਗਦਾ ਕਿ ਹਾਂ ਕੁਆਲਿਟੀ ਇੰਪਰੂਵ ਕਰਨਾ। ਪਰ ਕੁਛ ਕੁਆਲਿਟੀ ਇਹਦੀ ਅਲੱਗ ਤਰੀਕੇ ਨਾਲ ਡਿਪਿਕਟ ਕੀਤੀ ਜਾਂਦੀ ਹੈ ਕਿ ਜਿਹਦੇ ਵਿੱਚ ਅੰਡਰਲਾਈਨ ਮੀਨਿੰਗ ਪਤਾ ਲੱਗੇ ਪ੍ਰੋਸੈਸ ਵਰਡਸ ਦੇ ਵਿੱਚ, ਹੈ ਨਾ। ਤੁਸੀਂ ਕੁਛ ਅਟੈਚਮੈਂਟਸ ਕਰਨੀਆਂ, ਤੁਸੀਂ ਕੁਛ ਸੈਂਡਰਸ ਰਿਸੀਵਰਸ ਐਡਰੈਸ ਲਿਖਣਾ ਹੈ, ਉਹ ਕਿੱਥੇ ਲਿਖਣਾ, ਕਿਵੇਂ ਲਿਖਣਾ, ਕਿਹੜੀ ਫੋਰਮ 'ਚ ਲਿਖਣਾ। ਸੈਲਿਊਟੇਸ਼ਨ ਕਰਨੀ ਹੈ, ਤੁਸੀਂ ਮੰਨ ਲਓ ਸਰ ਜਾਂ ਮੈਮ ਨੂੰ ਕਿਸੇ ਨੂੰ ਮੇਲ ਕਰ ਰਹੇ ਹੋ ਤਾਂ ਉਹਦੇ ਵਿੱਚ ਉਹਨੂੰ ਸੈਲਿਊਟੇਸ਼ਨ ਕਿਵੇਂ ਕਰਨੀ, ਕਿਵੇਂ ਬੁਲਾਉਣਾ, ਡੀਅਰ ਕਹਿਣਾ ਹੈ ਕਿ ਹੈਲੋ ਕਹਿਣਾ ਹੈ ਕਿ ਰਿਸਪੈਕਟਡ ਕਹਿਣਾ ਹੈ, ਸਿੰਸੀਅਰਲੀ, ਰਿਗਾਰਡਸ, ਐਂਡ 'ਤੇ ਕੀ ਲਗਾਉਣਾ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਦੱਸੀਆਂ ਜਾਣਗੀਆਂ। ਤਾਂ ਆਪਣੇ ਕੋਲ ਇਹ ਪਹਿਲੇ 2 ਲੈਵਲ ਹੋ ਗਏ ਜੀ। ਉਸ ਤੋਂ ਬਾਅਦ ਆਪਣੇ ਕੋਲ ਅਗਲੇ 2 ਲੈਵਲ ਆ ਗਏ, ਲੈਵਲ 3 ਐਂਡ ਲੈਵਲ 4। ਇਹਦੇ ਵਿੱਚ ਟੋਟਲੀ ਤੁਹਾਡੇ ਕੀ ਆਫਿਸ ਓਰੀਐਂਟਡ ਕੰਮ ਚੱਲ ਪੈਂਦਾ, ਆਫਿਸ ਓਰੀਐਂਟਡ ਐਂਡ ਬਿਜ਼ਨਸ ਓਰੀਐਂਟਡ। ਅਤੇ ਇਹ ਸਬਜੈਕਟਸ ਵੀ ਤੁਹਾਨੂੰ ਅੱਗੇ ਡਿਸਕਸ ਕਰਾਂਗੇ। ਇਸ ਵੀਡੀਓ ਦੇ ਵਿੱਚ ਇੰਨਾ ਕਿ ਅਗਰ ਤੁਹਾਡੀ ਕੋਈ ਕੁਐਰੀ ਹੈ ਨਾ, ਕੁਛ ਡਾਊਟ ਹੈ, ਕੁਛ ਪੁੱਛਣਾ ਚਾਹੁੰਦੇ ਹੋ, ਅਗਰ ਇਸ ਵੀਡੀਓ ਦੇ ਵਿੱਚ ਹੈ ਠੀਕ ਹੈ, ਨਹੀਂ ਤਾਂ ਮੇਰੀਆਂ ਦੂਸਰੀ ਵੀਡੀਓਜ਼ ਚੈੱਕ ਕਰ ਲਓ। ਅਗਰ ਉਹਨਾਂ ਦੇ ਵਿੱਚ ਵੀ ਤੁਹਾਨੂੰ ਕਿਤੇ ਸੋਲਿਊਸ਼ਨ ਮਿਲਦਾ, ਇਟਸ ਵੈਲ ਐਂਡ ਗੁੱਡ, ਨਹੀਂ ਤਾਂ ਕੌਮੈਂਟ ਪਾ ਦਿਓ, ਮੈਂ ਡੈਫੀਨੇਟਲੀ ਤੁਹਾਨੂੰ ਕੌਮੈਂਟ ਦੇ ਵਿੱਚ ਰਿਪਲਾਈ ਕਰ ਦੂੰਗਾ। ਐਂਡ ਇਨ ਕੇਸ ਮੈਨੂੰ ਲੱਗਦਾ ਕਿ ਮੈਜੋਰਿਟੀ ਮੇਰੇ ਕੋਲ ਕੁਐਰੀਜ਼ ਆ ਰਹੀਆਂ ਐਂਡ ਉਹਨਾਂ ਕੁਐਰੀਜ਼ ਦੇ ਉੱਤੇ ਮੈਨੂੰ ਵੀਡੀਓ ਹੀ ਬਣਾਉਣਾ ਚਾਹੀਦਾ, ਤਾਂ ਮੈਂ ਤੁਹਾਡੇ ਲਈ ਇੱਕ ਵੀਡੀਓ ਵੀ ਬਣਾ ਦੂੰਗਾ। ਠੀਕ ਹੈ ਜੀ, ਥੈਂਕ ਯੂ ਆਲ। ਸੋ ਥੈਂਕ ਯੂ ਫॉर ਅਟੈਂਡਿੰਗ ਐਂਡ ਵਾਚਿੰਗ ਦਿਸ ਵੀਡੀਓ, and if there is any doubt please let me know so that I can help my students. That's all for today. Goodbye and see you.